वाहिगुरु जी का खालसा वाहिगुरु जी की फतेह। दीन दुनिया के पातशाह धन धन श्री गुरु ग्रंथ साहिब जियां की पावन हजूरी विच बड़े ही अद्भुत सहज शाम के दीवाना विच आप जी जुड़ बैठे हो। सुभाग प्राप्त होया संगत दीयां घड़ियां दा। आओ इस समय नूं सफला बनाइए। सतगुर जियां दी पावन कथा दे विचों आप जी ने सरवण कीता सी। धन धन साहिब श्री गुरु नानक देव जी महाराज ते राय बुलार जियां दे विच हो रही चर्चा। जदों राय बुलार जी ने आखिया सतगुरु जी मैं शरीर नहीं हाँ पर मेरी समझ कहती है मैं इंद्रे हाँ। गुरु साहब जी ने किस भरम दे विचों भी कढ़ के विखाया तुसी इंद्रियां दा रूप नहीं। नक कान जीव चमड़ी ते अखां ये तेरा स्वरूप नहीं। फिर राय बुलार साहब सोच के आखन लगे महाराज फिर प्राण चलदे साह मेरा रूप ने। जब शरीर विचों प्राण निकल जाते ने जिंदगानी खत्म हो जाती है। भुख लगे ते प्राण निकल नूं आउंदे आ, प्यास लगे ते जान निकल नूं जाती है। फिर ते मेरा रूप ही है। सतगुर कहते नहीं दुख सुख प्राणा करके आउंदे ने पर प्राण चलदियां ते भी बतीत होंदे रहंदे। जागृत सुपन ते सुखोपत दी अवस्था दे विच भी हर बंदे दे प्राण चलदे आ, सवास चलदे आ। सतगुरां दे इन्हां वचनां नूं सुन के राय बुलार साहब बहुत गहरे चले गए। सोचदे आ मेरा वजूद की है, मेरा रूप की है। इन्हां सारे प्रकरणां नूं आप जी ने बड़े विस्तार सहित सुन के आनंद माणिया। जो आप जी सुन रहे हो असल विच इहो ही गुरमत दा मार्ग है। इसे नूं कहंदे आ शब्द अते सुरत दी यात्रा। आओ मन चित बिरतियां नूं एकाग्र चित बनाइए। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। हे राजन जे प्राण अनूपा सोपन नहीं है तोर स्वरूपा। राय बुलार साहब आखन लगे सतगुरु जी दुनिया ते हर जीव नूं अपने प्राण प्यारे आ। वो भावे कोई मनुख है पशु पक्षी है हर एक जीव अपने प्राणा नूं लोचदा है। सप बेशक किन्ना भी जहरीला है पर जब कोई ਉਹਨੂੰ ਮਾਰਨ ਨੂੰ ਤੁਰਦਾ ਹੈ ਉਹ ਵੀ ਆਪਣੀ ਜਾਨ ਬਚਾਉਣ ਵਾਸਤੇ ਫੜਫੜਾਉਂਦਾ ਹੈ ਦੂਰ ਦੌੜਦਾ ਹੈ। ਬੇਸ਼ੱਕ ਉਹਦੀ ਜੂਨ ਟੇਢੀ ਹੈ। ਪ੍ਰਾਣ ਜ਼ਿੰਦਗੀ ਦੇ ਸਵਾਸ ਹਰ ਇੱਕ ਮਨੁੱਖ ਨੂੰ ਪਿਆਰੇ ਆ। ਸਤਿਗੁਰੂ ਜੀ ਆਖਣ ਲੱਗੇ ਰਾਏ ਬੁਲਾਰ ਸਾਹਿਬ ਪ੍ਰਾਣ ਤੇਰਾ ਰੂਪ ਨਹੀਂ ਨੇ। ਜਦ ਤੂੰ ਸੁੱਤਾ ਪਿਆ ਸਵਾਸ ਤੇਰੇ ਉਦੋਂ ਵੀ ਚੱਲਦੇ ਆ। ਜਦ ਤੂੰ ਜਾਗਦਾ ਹੈ ਗੱਲਾਂ ਬਾਤਾਂ ਵਿੱਚ ਕੰਮਾਂ ਕਾਰਾਂ ਵਿੱਚ ਲੱਗੇ ਆ ਸਵਾਸ ਆਪਣੇ ਆਪ ਚੱਲ ਰਹੇ ਆ। ਗਤੀ ਸਵਾਸਾਂ ਦੀ ਆਪਣੇ ਆਪ ਹੈ। ਭੁੱਖ ਪਿਆਸ ਲੱਗੇ ਤੈਨੂੰ ਮਹਿਸੂਸ ਹੁੰਦਾ ਮੇਰੇ ਪ੍ਰਾਣ ਨਿਕਲ ਜਾਣਗੇ ਪਰ ਨਿਕਲਦੇ ਨਹੀਂ। ਦੁੱਖ ਸੁੱਖ ਕਾਹਦੇ ਕਰਕੇ ਹੈ ਪ੍ਰਾਣਾ ਕਰਕੇ। ਜੇ ਸਾਡੇ ਪ੍ਰਾਣੀ ਨਹੀਂ ਸਵਾਸ ਹੀ ਨਹੀਂ ਮੁਰਦੇ ਨੂੰ ਕੱਟ ਦਿਓ ਵੱਢ ਦਿਓ ਸਾੜ ਦਿਓ ਪਾਣੀ ਵਿੱਚ ਡੋਬ ਦਿਓ ਕੋਈ ਫਰਕ ਨਹੀਂ ਕਿਉਂਕਿ ਉਹ 'ਚ ਸਵਾਸ ਨਹੀਂ ਨੇ।
ਇਸੇ ਕਰਕੇ ਮਰਦ ਕਹਿੰਦੇ ਜਬ ਲਗ ਘਟ ਮੈਂ ਪ੍ਰਾਣ। ਜਦੋਂ ਤੱਕ ਤੇਰੇ ਹਿਰਦੇ ਵਿੱਚ ਪ੍ਰਾਣ ਨੇ, ਤੈਨੂੰ ਆਪਣਾ ਬੇਗਾਨਾ, ਤੇਰਾ ਮੇਰਾ, ਤੇਰੇ ਇਮੋਸ਼ਨ ਚੱਲਣਗੇ, ਪ੍ਰਾਣ ਨਿਕਲ ਜਾਣ। ਪੋਤਾ ਪੋਤੀ ਕੋਲ ਬੈਠੇ ਆ, ਧੀ ਪੁੱਤ ਕੋਲ ਬੈਠੇ ਆ, ਕੋਈ ਫਰਕ ਨਹੀਂ ਹੈ। ਕੋਈ ਹੋਵੇ ਨਾ ਹੋਵੇ ਰੌਲਾ ਨਹੀਂ ਹੈ। ਪਰ ਜਦੋਂ ਤੱਕ ਪ੍ਰਾਣ ਚੱਲਦੇ ਆ, ਹਸਪਤਾਲ ਵਿੱਚ ਪਿਆ ਵੀ ਕਹਿੰਦਾ ਮੈਨੂੰ ਮੇਰਾ ਪੁੱਤ ਮਿਲਾ ਦਿਓ, ਮੈਨੂੰ ਮੇਰੀ ਮਾਂ ਮਿਲਾ ਦਿਓ, ਪ੍ਰਾਣ ਦੇਣਾ। ਸਤਿਗੁਰ ਕਹਿੰਦੇ ਇਹ ਤੇਰਾ ਰੂਪ ਨਹੀਂ, ਸੁੱਤਾ ਪਿਆ ਬੰਦਾ ਆਪਣੇ ਪ੍ਰਾਣਾਂ ਤੋਂ ਦੂਰ ਹੈ। ਇਸੇ ਕਰਕੇ ਕਹਿੰਦੇ ਆ ਸੁੱਤਾ ਬੰਦਾ ਮਰੇ ਸਮਾਨ ਹੈ, ਹੁਣ ਸਾਹ ਤੇ ਲੈ ਰਿਹਾ ਹੈ, ਕੋਈ ਆ ਕੇ ਨੱਕ ਘੁੱਟ ਦੇ ਸਰਾਣੇ ਕੀ ਕਰੇਗਾ? ਸਵਾਸ ਬਚਾ ਲੈਣਗੇ? ਨਹੀਂ। ਸੁਪਨੇ ਵਿੱਚ ਪਿਆ ਮਨੁੱਖ ਹੈ, ਕੋਈ ਆਰੀ ਨਾਲ ਗਲ ਚੀਰ ਦੇ ਕੀ ਕਰੇਗਾ? ਕੁਝ ਨਹੀਂ ਕਰ ਸਕਦਾ। ਪਰ ਪ੍ਰਾਣ ਚੱਲਦੇ ਆ, ਜਦ ਤੱਕ ਪ੍ਰਾਣ ਚੱਲਦੇ ਆ, ਦੁੱਖ ਆਇਆ ਉਹਨੂੰ ਕੱਟਣ ਦੀ ਕੋਸ਼ਿਸ਼ ਕਰੇਗਾ, ਮੈਨੂੰ ਕੋਈ ਮਾਰੇ ਨਾ, ਮੇਰਾ ਕੋਈ ਨੁਕਸਾਨ ਨਾ ਕਰੇ। ਗਰੀਬ ਨਿਵਾਸ ਕਹਿੰਦੇ ਤੇਰਾ ਰੂਪ ਨਹੀਂ ਨੇ। ਜਦ ਤੂੰ ਭੂਕ ਸੁਖੋਪਤ ਅਵਸਥਾ ਵਿੱਚ ਸੁੱਤਾ, ਤੈਨੂੰ ਆਪਣੇ ਆਪ ਦਾ ਨਹੀਂ ਪਤਾ ਮੈਂ ਕੌਣ ਆ, ਮੈਂ ਕਿੱਥੇ ਸੁੱਤਾ, ਸਵਾਸ ਤੇਰੀ ਉਦੋਂ ਨਹੀਂ ਚੱਲਦੀ। ਇਸ ਕਰਕੇ ਰਾਏ ਬਲਾਰ, ਜਦੋਂ ਤੈਨੂੰ ਆਪਣੇ ਆਪ ਦੀ ਸੋਝੀ ਨਹੀਂ, ਤੂੰ ਸਵਾਸ ਕਿਵੇਂ ਹੋ ਗਿਆ, ਤੂੰ ਪ੍ਰਾਣ ਕਿਵੇਂ ਹੋ ਗਿਆ? ਕਹਿੰਦੇ ਹਾਂ ਬਾਦਸ਼ਾਹ, ਇਹ ਵੀ ਗੱਲ ਸੋਚਣ ਵਾਲੀ ਹੈ। ਸੁੱਤਿਆਂ ਨੂੰ ਸਾਨੂੰ ਸਾਹ ਕੌਣ ਦਿੰਦਾ ਜੀ? ਬੜੇ ਲੋਕ ਨੇ ਸੁੱਤੇ ਪਏ ਆ, ਸਾਹ ਨਿਕਲ ਜਾਂਦੇ ਆ, ਸਵੇਰ ਹੋ ਕੇ ਪਤਾ ਲੱਗਦਾ ਵੀ ਤੇ ਚੱਲ ਵਸੇ ਆ। ਸਵਾਸਾਂ ਦੀ ਗਤੀ ਦਾ ਰੌਲਾ ਵੀ ਨਹੀਂ ਪਿਆ, ਆਵਾਜ਼ ਵੀ ਨਾ ਆਈ, ਚੱਲਦੇ ਕਦੋਂ ਸਾਹ ਆਇਆ ਨਾ ਆਇਆ। ਇਸੇ ਕਰਕੇ ਸਾਹਿਬ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਲ ਨਾ ਜਾਣਾ। ਜ਼ਿੰਦਗੀ ਕਿਹਨਾਂ ਦੀ ਹੈ? ਸਾਧੂ ਕੌਣ ਨੇ? ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਵੰਤ। ਜਿਨ੍ਹਾਂ ਨੂੰ ਸਾਹ ਆਉਂਦੇ ਆ, ਗਿਰਾਸ ਸਾਹ ਛੱਡਦੇ ਆ। ਲੈਣ ਨੂੰ ਸਾਸ ਕਹਿੰਦੇ ਆ, ਛੱਡਣ ਨੂੰ ਗਰਾਸ ਕਹਿੰਦੇ ਆ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਵੰਤ। ਗੁਰੂ ਸਾਹਿਬ ਕਹਿੰਦੇ ਧਨ ਸੇ ਨਾਨਕਾ, ਪੂਰਨ ਸੋਈ ਸੰਤ। ਉਹ ਧਨ ਨੇ, ਉਹ ਪੂਰਨ ਸੰਤ ਨੇ ਜਿਨ੍ਹਾਂ ਦੇ ਸਵਾਸ ਚੱਲ ਰਹੇ ਆ ਬੰਦਗੀ ਨਾਲ। ਮਤਲਬ ਸਵਾਸ ਉਹ ਨਹੀਂ ਹੈ, ਚਲਾ ਰਿਹਾ ਹੈ ਕੋਈ ਤੇ ਚੱਲ ਰਹੇ ਨੇ, ਸਾਹ ਨਹੀਂ ਹੈ ਸਾਡੀ ਜ਼ਿੰਦਗੀ। ਹਾਂ, ਸਾਹਾਂ ਕਰਕੇ ਜ਼ਿੰਦਗੀ ਚੱਲ ਰਹੀ ਹੈ, ਸਵਾਸਾਂ ਕਰਕੇ ਅਸੀਂ ਜੀ ਰਹੇ ਹਾਂ। ਤੇ ਸਾਹਾਂ ਦੀ ਮਾਲਾ ਜਦੋਂ ਟੁੱਟ ਗਈ ਤੇ ਸਭ ਕੁਝ ਵਿਖਰ ਜਾਣਾ ਹੈ। ਗਰੀਬ ਨਿਵਾਸ ਕਹਿੰਦੇ ਤੈਨੂੰ ਆਪਣੇ ਆਪ ਦੀ ਸੁੱਤੇ ਪਿਆ ਸੋਝੀ ਨਹੀਂ, ਤੇ ਤੂੰ ਕਹਿੰਦਾ ਮੈਂ ਸਾਹ ਹਾਂ, ਮੈਂ ਪ੍ਰਾਣ ਹਾਂ। ਪਰ ਤੈਨੂੰ ਤੇ ਪ੍ਰਾਣ ਨਿਕਲਣ ਦਾ ਖਤਰਾ ਏ। ਕੋਈ ਕਹਿੰਦਾ ਹਾਏ ਮੈਂ ਇੱਥੋਂ ਛਾਲ ਨਹੀਂ ਮਾਰ ਸਕਦਾ, ਮੇਰੀ ਜਾਨ ਚਲੇ ਜਾਊਗੀ। ਕੋਈ ਪਿੱਛੇ ਕਹਿ ਰਿਹਾ ਮੈਂ ਆਪਣੇ ਸਵਾਸ ਬੰਦ ਨਹੀਂ ਕਰਾ ਸਕਦਾ, ਮੈਨੂੰ ਮਰਨ ਦਾ ਕੋਈ ਸ਼ੌਕ ਨਹੀਂ ਹੈ, ਮੈਂ ਮਰਨਾ ਨਹੀਂ ਚਾਹੁੰਦਾ। ਮਤਲਬ ਫਿਰ ਪ੍ਰਾਣ ਤੂੰ ਨਹੀਂ ਹੈ। ਪਿੱਛੇ ਕੋਈ ਹੋਰ ਬੋਲਦਾ ਏ। ਜਾਗਰਤ ਸੁਪਨ ਸਖੋਪਤ ਮਾਹੀ, ਤਿਨਹਿ ਸਥਿਰਤਾ ਕਬਹੁ ਨਾਹੀ। ਹੁਣ ਮਨ ਟਿਕਦਾ ਹੈ, ਜ਼ਿੰਦਗੀ ਵੀ ਟਿਕ ਜਾਂਦੀ ਹੈ। ਬੜੇ ਲੋਕ ਸਕੂਨ ਵਿੱਚ ਬੈਠੇ ਆ, ਪਰ ਸਾਹ ਤੇ ਕਦੇ ਨਹੀਂ ਟਿਕਦੇ। ਸਾਹਾਂ ਦੀ ਗਤੀ ਨੂੰ ਕੋਈ ਰੋਕ ਸਕਦਾ ਹੈ? ਕਿੱਡਾ ਮਰਜੀ ਕੋਈ ਸਾਧ ਹੈ, ਜੇ ਉਹ ਆਪਣੇ ਸਵਾਸ ਚੜਾਉਂਦਾ ਇੱਕ ਦਿਨ ਲਾਉਣੇ ਵੀ ਪੈਂਦੇ ਆ। ਬਿਨਾਂ ਸਾਹਾਂ ਤੋਂ ਤੇ ਕੋਈ ਜੀ ਨਹੀਂ ਨਾ ਰਿਹਾ। ਗੁਰੂ ਸਾਹਿਬ ਕਹਿੰਦੇ ਜਾਗਦੇ ਆ, ਸੌਂਦੇ ਆ, ਭੂਖ ਨੀਂਦ ਵਿੱਚ ਸੁੱਤੇ ਆ, ਤੇ ਸੁਪਨੇ ਵਿੱਚ ਵੀ ਸਾਹ ਚੱਲੀ ਜਾ ਰਹੇ ਨੇ, ਪ੍ਰਾਣ ਚੱਲ ਰਹੇ ਸਾਹਾਂ ਕਰਕੇ। ਪਰ ਜੇ ਤੂੰ ਆਖੇ ਰਾਏ ਬੁਲਾਰ ਇਹ ਪ੍ਰਾਣ ਮੈਂ ਹਾਂ, ਮੇਰਾ ਰੂਪ ਹਨ, ਕਹਿੰਦੇ ਇਹ ਭੁਲੇਖਾ ਨਹੀਂ। ਜਿਉਂਦੇ ਦੀ ਵੀ ਚੱਲੇ, ਮਰਨ ਤੋਂ ਬਾਅਦ ਨਹੀਂ ਚੱਲੇ। ਪਰ ਬੰਦਾ ਮਰਿਆ ਤੇ ਸੁੱਤਾ ਪਿਆ ਨਾ, ਸੁਖੋਪਤ ਅਵਸਥਾ ਵਿੱਚ ਭੂਖ ਸੁੱਤਾ, ਸਵੇਰੇ ਉੱਠ ਕੇ ਕਹਿੰਦਾ ਯਾਰ ਮੈਨੂੰ ਪਤਾ ਹੀ ਨਹੀਂ ਦਿਨ ਕਦੋਂ ਚੜ ਗਿਆ, ਤੇ ਮਰਿਆ ਵਰਗਾ ਸੀ। ਉਦੋਂ ਸਵਾਸ ਕਿਹਨੇ ਚਲਾਏ? ਬੜੇ ਲੋਕ ਕੋਮਾ 'ਚ ਚਲੇ ਜਾਂਦੇ ਆ, 2-2 3-3 ਸਾਲ, 10-10 ਸਾਲ ਲੋਕੀ ਪਲੰਗੇ ਤੋਂ ਉੱਠਦੇ ਨਹੀਂ, ਅੱਖ ਨਹੀਂ ਹਿਲਾਉਂਦੇ, ਪਰ ਸਾਹ ਚੱਲ ਰਿਹਾ। ਕਿਸੇ ਦਾ ਬ੍ਰੇਨ ਡੈਡ ਹੋ ਜਾਂਦਾ ਹੈ, ਕਿਸੇ ਦਾ ਕੋਈ ਆਰਗਨ ਡੈਡ ਹੋ ਜਾਂਦਾ ਹੈ, ਪਰ ਸਵਾਸ ਚੱਲ ਰਹੇ ਆ। ਇਸ ਕਰਕੇ ਡਾਕਟਰ ਕਹਿੰਦੇ ਪਲਸ ਚੱਲਦੀ, ਇਹ ਮਰਿਆ ਨਹੀਂ, ਪਰ ਇਹ ਜਿਉਂਦਾ ਵੀ ਨਹੀਂ ਹੈ। ਕੋਮਾ ਵਿੱਚ ਗਏ ਲੋਕ ਤੁਸੀਂ ਵੇਖਿਆ ਹੋਣਾ, ਇਹ ਆਮ ਗੱਲ ਅੱਜ ਕੱਲ੍ਹ।
फलाना बंदा कोमा च 2 साल रहा जी, पता ही नहीं कितने है, उन्होंने चीर दो, जो मर्जी सुना दो, गालां कढ़ दो, उन्होंने अपने आप का नहीं पता, फूड पाइप लाए जाते हैं, भोजन देता जा रहा है, पर श्वास चल रही है, ऑक्सीजन देती जा रही है, पल्स रेट चल रहे हैं। हुण जे कहिए प्राण करके जिंदगी है, पर प्राण बचाउण दा संघर्ष कोमा विच पिया बंदा भी करदा है। बेशक ओदी उंगल भर के, अख भर के या कुछ भी ना मिले, पर सतगुरु कहते प्राण ते तेरा रूप नहीं है। ये ते उदों भी चल रहे हैं जब तू बेसुध पिया, बेहोश बंदा उठ के कहता मैनूं होश नहीं सी जी, मैनूं नहीं पता की हो गया है, पर उहदे साह चल रहे हैं, बेहोश है, श्वास चल रहे हैं, पर श्वास चलते आ ते होश क्यों नहीं है? होश क्यों गवाई हुई है? इन समान नह तेरी रीता, इन ते आप लखो विपरीता। गुरु साहब कहते राय बलार जी तू इन्हां तो अपने आप नूं वख जाण, इन्हां ने आउंदे जांदे रहना, साहां दी गति चल रही है, तू बंदगी च टिकिया भी बैठा, अवस्था चढ़ा के भी बैठा, श्वास चलते रहने, ये पापी दे भी चलने ते पुण्य दे भी चलने, ये देवतियां दे भी चलते ते राक्षसां दे भी चलते आ, ये धरती ते रिंगण वालियां जीवां दे भी चलते ते रुखां ते रहण वालियां दे भी चलते। श्वास चलणगे, जिदन बंद हो गए लोकां कहना कि मिट्टी हो गया, पर प्राण करके जिंदगी है, पर तू प्राण नहीं है। गुरु साहब ये समझाते हैं साहा करके जीवन है, पर जीवन साह नहीं है। बहुत कुछ है जिंदगी दे विच, बड़ा कुछ है। सतगुरां दे वचनां तो सुन के बड़ी आश्चर्यता हुई भी मैं शरीर भी नहीं हाँ, मैं ऑर्गन भी नहीं हाँ, ते मैं साह भी नहीं हाँ, पर बंदे नूं साह चढ़ जाता है, भुख बहुती लगी होवे, प्यास लगी होवे, खतरा देख लवे, साह फुल जाते आ, साह नहीं चढ़ते, पर साहां दे खतरे करके इनू खतरा भापदा भी शायद मैनू भी कुछ हो जाना है। पेशेंट दे श्वासां दी गति स्लो हुंदी है, बीपी वध जावे ते श्वास तेज हुंदे आ, बंदा भज के आउंदा है, किसी विपता च आउंदा, टेंशन च बैठा एकदम घबराया होया है, साह दी स्पीड बहुत ज्यादा है, ते साहां दी स्पीड ज्यादा होण करके लगदा भी यार मैं मरना, मैनू कुछ हो रहा है। गुरु साहब कहते कि तू नहीं है, तू एदे तो अलग है, ਇਹਦੇ ਤੋਂ ਉਲਟ ਹੈ, ਇਹ ਤੇਰੇ ਮਨ ਦਾ ਭਲੇਖਾ ਏ। ਜਾਗ੍ਰਿਤ ਸੁਪਨ ਭੋਗ ਸ਼ਰਮ ਪਾਵਾ, ਬਹੁਰ ਸਖੋਪਤ ਮਾਹੀ ਸਿਧਾਵਾ। ਸਤਿਗੁਰਾਂ ਦੇ ਬਚਨ ਸਨ ਰਾਏ ਬਲਾਰ ਜੀ ਦੇ ਤਾਈ, ਕਹਿੰਦੇ ਬੰਦਾ ਅਵਸਥਾ ਕਰਕੇ ਜਾਗਦਾ ਹੈ, ਅਵਸਥਾ ਕਰਕੇ ਸੌਂਦਾ ਹੈ, ਅਵਸਥਾ ਕਰਕੇ ਸੁਪਨੇ 'ਚ ਫਿਰਦਾ, ਸੁਰਤ ਕਰਕੇ ਫਿਰਦਾ ਨਾ, पर साह तो नहीं कदे बंद होए कि बंदा सुपने च तुरिया फिरदा अद्धा घंटा साह ही नहीं आया। फलाना बंदा भूख सौ गया जी 8 घंटे सुता है, दरवाजा खड़काया खोलिया ही नहीं, पर इन्ना भूख सौण वाला जिहड़ा उठ के कहंदा यार दिन चढ़िया कि रात है, पर वो एक साह लेना भी नहीं भुलेगा। कौन चलाउंदा है? ਇਹਦਾ मतलब तू प्राण नहीं है, तू श्वास नहीं है। बड़िया लोकां नूं लोक मार के वढ के सुੱਟ ਜਾਂਦੇ आ, पर रब ने सासां चल पैंदियां ने, जिंदगी फिर भी है, किते ना किते लगदा बंदा मर चुकिया, डेड हो गया, सुੱਟ के चले गए, बाद चो वेखिया ਉਹਦੇ ਸਾਹ भी चले आ, पहला नहीं सी चल रहे, कुछ देर लिए रुके आ और जीवित हो गए, प्राण बच गए आ ਉਹਦੇ। ਹੁਣ ਸਾਹ ਤੇ प्राण ਇੱਕੋ चीज ने, श्वास जा रहे आ, निकल रहे आ, ਇਹਨੂੰ ਕਿਹਾ ਜਾਂਦਾ प्राण। प्राण क्यों है? क्योंकि अंदर पैण वाली पौण ਨੂੰ प्राण ਕਹਿੰਦੇ ਆ। पौन हवा ਇਹਦੇ ਕਰਕੇ। ਹੁਣ ਹਵਾ ਤੇ ਮਰੇ ਹੋਏ ਬੰਦੇ ਨੂੰ ਵੈਂਟੀਲੇਟਰ ਲਾਈਫਰ ਦੇ ਵੱਡੇ ਵੱਡੇ ਹਸਪੀਟਲ ਵੇਖਿਆ ਹੋਣਾ ਤੁਸੀਂ, ਬਿੱਲ ਬਣਾਉਂਦੇ ਆ, ਫਿਰ ਉਹ ਹਵਾ ਨਾਲ ਬੰਦਾ ਕਿਉਂ ਨਹੀਂ ਬਚਦਾ? ਲਾਈ ਦੀ ਆਕਸੀਜਨ ਹੁੰਦੀ ਹੈ, ਵੈਂਟੀਲੇਟਰ ਕਾਰਬਨ ਡਾਈਆਕਸਾਈਡ ਬਾਹਰ ਵੀ ਕੱਢ ਰਿਹਾ ਹੈ, ਪਰ ਜਿਉਣਾ ਕੁਛ ਤੇ ਹੈ ਜੋ ਇਹਨਾਂ ਸਾਹਾਂ ਦੇ ਨਾਲ ਖਿੱਚਿਆ ਤੁਰਦਾ ਏ। ਘਣਾ ਆਨੰਦ ਕੇ बीच समावे, ਬ੍ਰਿਤ ਬਹੀਨ ਨਾ ਆਵੇ ਜਾਵੇ। ਰਾਏ ਬਲਾਰ ਜੀ ਕਹਿੰਦੇ ਮਰਦ ਮੈਨੂੰ ਸਮਝ ਨਹੀਂ ਆਈ ਇਸ ਗੱਲ ਦੀ ਪੂਰੀ ਵੀ ਮੈਂ ਸਾਹ ਪ੍ਰਾਣ ਵੀ ਨਹੀਂ ਆ। ਕਿਉਂ ਨਹੀਂ ਆ? ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਘਣਾ ਆਨੰਦ ਚ ਚਲੇ ਜਾਣਾ, ਘਣਾ ਆਨੰਦ ਕੀ ਹੈ? ਸੁੱਤਾ ਉੱਠ ਕੇ ਬੰਦਾ ਕਹਿੰਦਾ ਵੀ ਅੱਜ ਬੜਾ ਨਜ਼ਾਰਾ ਆਇਆ ਸੌਣ ਦਾ,
ਕਿਸੇ ਨੂੰ ਸੌਣ ਦਾ ਨਜ਼ਾਰਾ ਹੈ, ਕਿਸੇ ਨੂੰ ਖਾਣ ਪੀਣ ਦਾ ਹੈ, ਕਿਸੇ ਨੂੰ ਵਿਕਾਰ ਭੋਗਣ ਦਾ ਹੈ, ਤੇ ਕੋਈ ਫਿਰ ਘੁੰਮਦਾ ਕਹਿੰਦਾ ਘੁੰਮ ਫਿਰ ਕੇ ਯਾਰ ਨਜ਼ਾਰਾ ਆ ਗਿਆ, ਮੈਂ ਤੇ ਵਾਦੀਆਂ ਘੁੰਮ ਗਿਆ, ਜ਼ਿੰਦਗੀ ਦਾ ਨਜ਼ਾਰਾ ਹੀ ਪੰਜ ਸੀ। ਆਪਣਾ ਆ ਕੀ ਹੋ ਰਿਹਾ? ਰਸ ਮਾਣ ਕੌਣ ਰਿਹਾ ਹੈ? ਸਤਿਗੁਰ ਕਹਿੰਦੇ ਭੂਖ ਨੀਂਦ ਵਿੱਚ ਸੁੱਤਾ ਹੋਇਆ, ਤੈਨੂੰ ਆਪਣੇ ਹੱਥ ਦਾ ਨਹੀਂ ਪਤਾ ਕਿੱਥੇ ਪਿਆ, ਬਾਂਹ ਦਾ ਨਹੀਂ ਪਤਾ, ਪੈਰ ਦਾ ਨਹੀਂ ਪਤਾ, ਮੂੰਹ ਦਾ ਨਹੀਂ ਪਤਾ, ਸਿਰ ਤੇ ਕੱਪੜਾ ਹੈ ਜਾਂ ਨਹੀਂ ਹੈ, ਤਨ ਕੱਜਿਆ ਜਾਂ ਅਧੂਰਾ ਹੈ, ਸੁਖੋਪਤ ਨੀਂਦ ਵਿੱਚ ਨਹੀਂ ਪਤਾ। ਪਰ ਕਿਤੇ ਕੋਈ ਤੇਰੇ ਕੋਲ ਬੈਠਾ ਤੇਰੇ ਸਾਹਾਂ ਨੂੰ ਸਟੇਬਲ ਕਰਕੇ ਚਲਾ ਰਿਹਾ ਹੈ। ਸੁੱਤੇ ਪਏ ਬੰਦੇ ਦੇ ਸਾਹ ਰੈਗੂਲਰ ਚੱਲ ਰਹੇ, ਲੰਬੇ ਹੋ ਜਾਣਗੇ। ਤੁਸੀਂ ਬੈਠੇ ਹੋ ਨਾ, ਤੁਹਾਡੇ ਸਵਾਸ ਥੋੜੇ ਤੇਜ਼ ਹੋਣਗੇ, ਤੁਰੋਗੇ ਹੋਰ ਤੇਜ਼ ਹੋਣਗੇ। ਪਰ ਜਦੋਂ ਤੁਸੀਂ ਲੰਬੇ ਪੈ ਜਾਓਗੇ ਨਾ, ਇਹ ਸਾਹ ਤੁਹਾਡੇ ਦੋ ਸਾਹਾਂ ਦਾ ਇੱਕ ਬਣ ਜਾਣਾ, ਲੰਬੇ ਲੰਬੇ ਸਾਹ। ਇਹੀ ਕਾਰਨ ਹੁੰਦਾ ਜਿਹਦਾ ਕੋਲੈਸਟਰੋਲ ਜ਼ਿਆਦਾ ਵਧਿਆ ਹੋਵੇ, ਹਾਈ ਹੋ ਕੇ ਘਰਾੜੇ ਦੇ ਘਰਾੜੇ ਛੱਡੀ ਜਾਂਦਾ। ਅਗਲਾ ਕਹਿੰਦਾ ਯਾਰ ਰੇਲ ਗੱਡੀ ਦੀ ਇੰਜਣ ਵਾਂਗੂ ਚੱਲਦਾ, ਜਨਰੇਟਰ ਵਾਂਗੂ, ਇਹਦੇ ਕੋਲ ਨਹੀਂ ਸੌਂ ਸਕਦਾ। ਕਿਉਂ? ਸਵਾਸਾਂ ਦੀ ਗਤੀ ਲੰਬੀ ਹੈ, ਤੇ ਘਰਾੜੇ ਮਾਰਨ ਵਾਲਾ ਬੰਦਾ ਹਮੇਸ਼ਾ ਘੂਟ ਨੀਂਦ ਸੌਂਦਾ ਹੈ। ਇੱਕ ਉਹ ਵੀ ਆ, ਗਲੀ ਦੇ ਵਿੱਚੋਂ ਕੋਈ ਲੰਘਿਆ ਉੱਠ ਕੇ ਕਹਿੰਦਾ ਕੌਣ ਹੈ ਯਾਰ, ਕਿਉਂ ਹੋ ਰਿਹਾ? ਇਸ ਲਈ ਉਹ ਕੱਚੀ ਨੀਂਦ ਹੈ, ਉਹਦੀ ਨੀਂਦ ਪੱਕੀ ਨਹੀਂ ਹੈ। ਪਰ ਪੱਕੀ ਨੀਂਦ ਵਿੱਚ ਸੌਣ ਵਾਲਾ ਆਪਣੀ ਸੋਚੀ ਨਹੀਂ ਰੱਖਦਾ। ਤੇ ਇੱਕ ਸੁਭਾਵਿਕ ਗੱਲ ਨੋਟ ਕਰਿਓ, ਜਦੋਂ ਆਪਾਂ ਸੌਂ ਕੇ ਉੱਠਦੇ ਆ, ਕੋਈ ਵੀ ਇਨਸਾਨ ਜਿੱਦਣ ਵਧੀਆ ਨੀਂਦੇ ਸੌਂਦੇ ਹੋਵੋਗੇ ਨਾ, ਤੁਹਾਨੂੰ ਏਦਾਂ ਲੱਗਣਾ ਹੈ ਵੀ ਸਰੀਰ ਜਾਮ ਜਿਹਾ ਹੋਇਆ ਹੋਵੇ, ਕਿਤੇ ਖੂਨ ਜਮਿਆ ਹੋਇਆ। ਉਹ ਕੀ ਹੈ? ਪਰਮਾਤਮਾ ਦੇ ਬਣਾਏ ਹੋਏ ਸਾਡੇ ਅੰਦਰ ਨਾ ਜਿਹੜੇ ਹਾਰਮੋਨ ਨੇ, ਜਦੋਂ ਅਸੀਂ ਸੌਣਾ ਹੈ ਉਹਨੇ ਰਿਲੀਜ਼ ਹੋ ਜਾਣਾ। ਉਹਨੇ ਇੰਨੇ ਸਾਨੂੰ ਦਲਿੱਦਰ ਪਾਉਣਾ, ਟੀਵੀ ਵੇਖ ਬੰਦ ਕਰ ਦਿਓ, ਗੱਲਾਂ ਬੰਦ ਕਰੋ, ਲਾਈਟ ਬੰਦ ਕਰੋ। ਉਹ ਕਿਉਂ ਹੋ ਰਿਹਾ? ਹਾਰਮੋਨ ਐਕਟੀਵੇਟ ਹੋ ਗਿਆ। ਤੇ ਜਿਸ ਵੇਲੇ ਅਸੀਂ ਉੱਠਣ ਦੀ ਕੋਸ਼ਿਸ਼ ਕਰਦੇ ਆ, ਉਹ ਹਾਰਮੋਨ ਸਾਡੇ ਬਲੱਡ 'ਚ ਬਾਹਰ ਹੁੰਦਾ ਹੈ, ਇਕੱਠਾ ਹੋ ਰਿਹਾ, ਨਿਊਟਰੀ ਗਲੈਂਡਸ ਆ ਜਾਂਦਾ, ਤੇ ਬੰਦਾ ਇੱਕਦਮ ਐਕਟਿਵ ਉੱਠ ਕੇ ਬੈਠਦਾ ਹੈ, ਕਹਿੰਦਾ ਨੀਂਦ ਬਹੁਤ ਸੋਹਣੀ ਆਈ ਸੀ, ਅੱਜ ਮੈਂ ਫਰੈਸ਼ ਫੀਲ ਕਰਦਾ, ਮੈਨੂੰ ਬਹੁਤ ਚੰਗਾ ਲੱਗਦਾ ਹੈ। ਪਰ ਉਸ ਵੇਲੇ ਉਸ ਬੰਦੇ ਦੇ ਸਵਾਸਾਂ ਦੀ ਗਤੀ ਨੋਟ ਕਰਕੇ ਵੇਖਿਓ, ਜਦ ਉਹ ਦੱਸਦਾ ਹੁੰਦਾ ਹੈ ਉਹਦੇ ਸਾਹ ਤੇਜ਼ ਹੁੰਦੇ ਆ, ਵਧੀਆ ਤਾਜ਼ਾ। ਤੇ ਸੁਪਨੇ ਵਿੱਚ ਸੁੱਤਾ ਹੋਇਆ ਬੰਦਾ ਉਹ ਇੱਕੋ ਹੀ ਕੰਪਲੇਂਟ ਕਰੇਗਾ ਵੀ ਸੁਪਨਾ ਬਹੁਤ ਸੋਹਣਾ ਆਇਆ ਸੀ, ਪਰ ਮੇਰੀ ਨੀਂਦ ਪੂਰੀ ਨਹੀਂ ਹੋਈ, ਬਾਡੀ ਰਿਲੈਕਸ ਨਹੀਂ ਹੋਈ। ਸੁਪਨੇ ਵਿੱਚ ਆਇਆ ਸਰੀਰ ਥੱਕ ਜਾਂਦਾ ਹੈ, ਇੰਨਾ ਥੱਕ ਜਾਂਦਾ ਹੈ ਜਿਵੇਂ ਤੁਸੀਂ ਦਿਹਾੜੀ ਲਾ ਕੇ ਆਏ ਸੁਪਨੇ ਦੇ ਵਿੱਚ। ਤੇ ਜਾਗਰਤ ਤੇ ਥੱਕੀ ਹੈ, ਕਿਉਂਕਿ ਉਹ ਤਾਂ 42 ਭਾਵ ਬੰਦੇ ਤੇ ਫੁਰਦੇ ਆ, ਸਵਾਸ ਮਰਦ ਕੇ ਤੇ ਤਿੰਨਾਂ 'ਚ ਹੀ ਚੱਲ ਰਹੇ ਆ, ਸਾਹਾਂ ਤੇ ਚੱਲੀ ਜਾਣਾ, ਪਰ ਇਹਦੀ ਗਤੀ ਸਪੀਡ ਘਟਦੀ ਵੱਧਦੀ ਰਹਿੰਦੀ, ਰੈਗੂਲੇਟ ਹੋ ਰਹੀ ਹੈ। ਪਰ ਜਿਸ ਵੇਲੇ ਤੂੰ ਸੁੱਤਾ ਹੈ, ਤੂੰ ਇਹ ਭੁੱਲ ਚੁੱਕਿਆ ਮੈਂ ਸਾਹ ਲੈਣੇ ਆ ਜਾਂ ਨਹੀਂ ਲੈਣੇ ਆ। ਹੁਣ ਆਪਾਂ ਬੈਠੇ ਆ, ਤੁਸੀਂ ਕਦੇ ਅੱਖ ਗਿਣ ਕੇ ਫਰਕੀ ਹੈ? ਅੱਖਾਂ ਸਾਡੀਆਂ ਫਰਕਾਉਣ ਵੇਲੇ ਕਦੇ ਸੋਚਿਆ ਮੈਂ ਹੁਣ 1 ਸੈਕਿੰਡ 'ਚ ਕਿੰਨੀ ਵਾਰ ਫਰਕਾਉਣੀ? ਪਤਾ ਹੀ ਨਹੀਂ ਲੱਗਦਾ, ਆਪਣੇ ਆਪ ਚੱਲ ਰਹੀ ਹੈ। ਹਾਰਟ ਆਪਣੇ ਆਪ ਚੱਲ ਰਹੇ ਆ, ਸਵਾਸ ਆਪਣੇ ਆਪ ਚੱਲ ਰਹੇ ਆ। ਪਰ ਹਾਂ, ਜਿੱਦਣ ਦਮ ਘੁੱਟੇ ਬੰਦਾ ਕਹਿੰਦਾ ਮੇਰਾ ਸਾਹ ਘੁੱਟਦਾ ਹੈ, ਮੈਨੂੰ ਔਖਾ ਜਿਹਾ ਲੱਗਦਾ ਹੈ, ਕਿਤੇ ਕੋਈ ਬੋਲ ਰਿਹਾ ਮੈਨੂੰ ਵੀ ਇਹ ਜੇ ਸਾਹ ਨਾ ਆਇਆ ਤੇ ਮੈਂ ਮਰ ਜਾਣਾ, ਮੈਨੂੰ ਕੁਝ ਮੈਨੂੰ ਬਚਾ, ਹਾਏ ਮੈਨੂੰ ਲੈ ਜਾਓ ਕਿਤੇ, ਮੈਨੂੰ ਦਿਖਾ ਦਿਓ ਕਿਸੇ ਕੋਲ। ਕੋਈ ਕੰਪਦਾ ਹੈ, ਕੋਈ ਪਿੱਛੇ ਚੀਕਦਾ ਏ। ਜੋ ਹੈ ਸਦਾ ਅਚਲ ਅਨੂਪਾ, ਸੋਰ ਲਖੀਏ ਆਪਨ ਸਰੂਪਾ। ਸਤਿਗੁਰ ਕਹਿੰਦੇ ਰਾਏ ਬੁਲਾਰ ਜੀ, ਤੇਰਾ ਰੂਪ ਅਚਲ ਹੈ, ਜੋ ਕਦੇ ਚੱਲਦਾ ਨਹੀਂ ਹੈ, ਆਨੰਦਤ ਹੈ। ਪਰ ਸਾਹ ਤੇ ਚੱਲਦੇ ਆ, ਤੁਹਾਡੇ ਪਿੱਛੇ ਕੋਈ ਡਾਂਗ ਲੈ ਕੇ ਪੈ ਜੇ, ਕੁੱਤਾ ਹੀ ਪੈ ਜੇ, ਤੇ ਤੁਹਾਡੇ ਸਾਹ ਕਿੱਥੇ ਰਲਦੇ ਆ? ਅੱਧਾ ਘੰਟਾ ਖੜ ਕੇ ਵੀ ਬੰਦਾ ਇਹ ਵੇਖਦਾ ਵੀ ਗਿਆ ਕਿਹੜੇ ਪਾਸੇ ਆ। ਸਤਿਨਾਮ ਹੁੰਦਾ ਲੋਕਾਂ ਨਾਲ, ਵੱਡੇ ਵੱਡੇ ਸ਼ੇਰ ਬੜੇ ਫਿਰਦੇ, ਮਾੜਾ ਜਿਹਾ ਕੁੱਤਾ ਕਹਿੰਦਾ ਪਿੱਛੇ ਲੱਗ ਗਿਆ, ਉਹ ਚੜਦੇ ਗੋਲੀ ਵਾਂਗੂ ਐਕਟਿਵਾ ਤੋਂ ਤੇਜ਼ ਹੁੰਦੇ ਆ, ਲੱਭੇ ਨਹੀਂ ਜਾਂਦੇ। ਫਿਰ ਉਦੋਂ ਸਾਹ ਕਿੱਥੇ ਹੁੰਦੇ ਆ? ਰਨਿੰਗ ਕਰਕੇ ਆਓ, ਸਾਹ ਨਹੀਂ ਰਲਦੇ। ਪਰ ਇਹਨਾਂ ਨਾਲ ਦੁੱਖ ਸੁੱਖ ਵੀ ਹੁੰਦਾ ਹੈ, ਫੀਲਿੰਗ ਵੀ ਆ ਰਹੀ ਹੈ, ਮਹਿਸੂਸ ਵੀ ਬੰਦਾ ਸਾਰਾ ਕੁਝ ਕਰਦਾ ਹੈ। ਸਤਿਗੁਰ ਕਹਿੰਦੇ ਸੁੱਖਾਂ ਦੁੱਖਾਂ ਦਾ ਖੂਹ ਹੈ, ਇਹ ਤੂੰ ਨਹੀਂ ਹੈ, ਤੂੰ ਤੇ ਆਨੰਦ ਸਰੂਪ ਹੈ। ਤੇਰੇ ਵਿੱਚ ਨਾ ਕੋਈ ਦੁੱਖ ਹੈ, ਨਾ ਕੋਈ ਗਮ ਹੈ, ਪਰ ਅਸੀਂ ਤੇ ਜਨਮਾਂ ਜਨਮਾਂ ਦੇ ਗੁਨਾਹ ਚੱਕੀ ਫਿਰਦੇ ਹਾਂ। ਇਹ ਵੀ ਸੋਚਣ ਵਾਲੀ ਗੱਲ ਹੈ। ਕੋਈ ਸਵਾਲ ਕਰੇ ਵੀ ਬਾਣੀ ਤੇ ਕਹਿੰਦੀ ਹੈ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆਹ। ਬੜੀ ਵਾਰ ਸੁਣੇ, ਖੰਡਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਪ। ਜਿਵੇਂ ਕੋਲੂ ਦੀ ਨੀਰ ਕਦੇ ਸਾਫ਼ ਨਹੀਂ ਹੁੰਦੀ, ਕਹਿੰਦੇ ਮਨ ਨੂੰ ਤੇ ਇੰਨੀ ਮੈਲ ਲੱਗੀ ਹੋਈ ਹੈ, ਜਨਮਾਂ ਜਨਮਾਂ ਦੀ ਲੱਗੀ ਹੈ, ਤੇ ਫਿਰ ਇਹ ਮਨ ਕਦੇ ਟਿਕ ਸਕਦਾ ਹੈ?
ਤੇ ਜਿਸ ਬੰਦੇ ਦਾ ਮਨ ਟਿਕਿਆ ਹੀ ਨਹੀਂ ਹੋਇਆ ਜੀ, ਉਹਦੇ ਸਵਾਸ ਵੇਖਿਓ ਕਿਹੜੇ ਪਾਸੇ ਜਾਂਦੇ ਆ। ਘਬਰਾਇਆ ਹੋਏਗਾ, ਚਿੰਤਤ ਰਹੇਗਾ, ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਭਾਵੇਂ ਉਹ ਰੱਬ ਦਾ ਘਰ ਹੋਵੇ, ਭਾਵੇਂ ਦੁਨੀਆ ਦੀ ਗੱਲਬਾਤ, ਉਹ ਗੈਰ ਹਾਜ਼ਰ ਹੁੰਦਾ ਹੈ। ਉਹਦੇ ਸਵਾਸਾਂ ਦੀ ਗਤੀ ਤੇਜ਼ ਹੋਏਗੀ। ਘਬਰਾਏ ਬੰਦੇ ਦੀ ਨਿਸ਼ਾਨੀ ਕੀ ਹੈ? ਸਾਹ ਤੇਜ਼ ਚੱਲ ਰਿਹਾ। ਹਰੇਕ ਬੰਦਾ ਜੱਜ ਕਰ ਲੈਂਦਾ ਇਹ ਬੰਦਾ ਚੋਰ ਹੈ, ਇਹ ਗਲਤ ਹੈ, ਇਹਦੇ ਸਾਹ ਤੋਂ ਤੇਜ਼ ਨੇ। ਅੱਜ ਕੱਲ੍ਹ ਸੱਚ ਬੋਲਣ ਵਾਲੀਆਂ, ਵਿਖਾਉਣ ਵਾਲੀਆਂ, ਝੂਠ ਪੜਨ ਵਾਲੀਆਂ ਮਸ਼ੀਨਾਂ ਉੱਥੋਂ ਕਿੱਥੋਂ ਪਤਾ ਲੱਗਦਾ? ਜਦ ਬੰਦਾ ਝੂਠ ਬੋਲਦਾ ਹੈ, ਉਹ ਮਸ਼ੀਨ ਕੋਈ ਅੰਤਰਜਾਮੀ ਥੋੜਾ ਹੈ। ਉਦੋਂ ਉਸ ਬੰਦੇ ਦੀ ਹਾਰਟ ਰੇਟ, ਪਲਸ ਰੇਟ ਵੱਧ ਜਾਂਦੀ ਹੈ, ਉਹਦੇ ਦਿਮਾਗ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਆਉਣੇ ਆ, ਫਿਰ ਸਕੋਪਿੰਗ ਕੀਤੀ ਜਾਂਦੀ ਹੈ, ਉਹਨਾਂ ਨਾਲ ਸਾਰਾ ਕੁਝ ਸਾਹਮਣੇ ਆ ਜਾਂਦਾ ਵੀ ਲਾਈਨਾਂ ਰੈੱਡ ਹੋਣ ਲੱਗੀਆਂ, ਇਹ ਘਬਰਾਇਆ ਹੋਇਆ, ਜੇ ਸਵਾਸ ਤੇਜ਼ ਹੋ ਗਏ ਆ, ਇਹਦਾ ਮਤਲਬ ਇਹ ਝੂਠਾ। ਸੱਚੇ ਨੂੰ ਬੜਾ ਡਰ ਹੈ, ਬੇਪਰਵਾਹ। ਮਰਦ ਕਹਿੰਦੇ ਦੁੱਖ ਸੁੱਖ ਤੈਨੂੰ ਪ੍ਰਾਣਾ ਕਰਕੇ ਆ, ਤੇ ਪ੍ਰਾਣ ਬਚਾਉਣ ਵਾਸਤੇ ਹਰ ਕੋਈ ਭੱਜਿਆ ਫਿਰਦਾ। ਹਰ ਕੋਈ ਦੁਖੀ ਕਿਹਦੇ ਕਰਕੇ ਹੁੰਦੇ? ਸਾਹਾਂ ਕਰਕੇ, ਪ੍ਰਾਣਾ ਕਰਕੇ। ਸੁਖੀ ਕਿਹਦੇ ਕਰਕੇ ਆ? ਉਹ ਮੇਰੇ ਕੋਲ ਬੜਾ ਪੈਸਾ, ਮੈਨੂੰ ਨਹੀਂ ਕਿਸੇ ਦੀ ਪਰਵਾਹ ਸੀ, ਦੇਣਾ ਕਿਸੇ ਦਾ। ਕਿਉਂ? ਪ੍ਰਾਣ ਚੱਲਦੇ ਆ। ਤੇ ਜਿੱਦਣ ਪ੍ਰਾਣ ਨਿਕਲ ਜਾਂਦੇ ਆ, ਵੀ ਉਦੋਂ ਕੋਈ ਸੁੱਖ ਕੰਮ ਨਹੀਂ ਆਉਂਦਾ, ਕੋਈ ਦੁੱਖ ਕੰਮ ਨਹੀਂ ਆਉਂਦਾ, ਮਨੁੱਖ ਫੀਲਿੰਗ ਲੈਸ ਹੋ ਜਾਂਦਾ। ਮੁਰਦੇ ਨੂੰ ਭਾਵੇਂ ਫਰਿੱਜ ਚ ਲਾ ਕੇ ਰੱਖੋ, ਭਾਵੇਂ ਅੱਗ ਚ ਸਾੜ ਦਿਓ, ਨਾ ਠੰਡ ਲੱਗੀ ਨਾ ਗਰਮੀ ਲੱਗੇ, ਪ੍ਰਾਣ ਨਿਕਲ ਗਏ। ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਰਾਏ ਬਲਾਸ ਸਾਹਿਬ ਜੀ, ਪ੍ਰਾਣ ਸਿਰਫ ਤੇਰੇ ਨੇ, ਤੂੰ ਪ੍ਰਾਣ ਨਹੀਂ, ਤੇਰੇ ਆ, ਤੇਰੇ ਅਧੀਨ ਚੱਲਦੇ ਨੇ। ਤੈਂ ਜੋ ਭਾਖੇ ਪ੍ਰਾਣ ਬਹੀਨਾ, ਦੇਹੀ ਇੰਦਰੀਏ ਫਿਰ ਨਹਿ ਚੀਨਾ। ਭੁੱਖ ਪਿਆਸ ਪ੍ਰਾਣਾਂ ਦਾ ਧਰਮ ਹੈ, ਸਰੀਰ ਦਾ ਧਰਮ ਭੁੱਖ ਪਿਆਸ ਨਹੀਂ ਹੈ। ਬੜੇ ਲੋਕ ਨੇ ਇੱਥੇ ਦੁਨੀਆ ਤੇ, ਆ ਬਾਬਾ ਪ੍ਰਹਿਲਾਦ ਹੋਇਆ, ਕੱਲ ਭਰਿਆ ਹੈ ਇੰਡੀਆ ਦੇ ਵਿੱਚ, 80 ਸਾਲਾਂ ਤੋਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ। ਸ਼ਾਇਦ ਤੁਹਾਡੇ ਥੋੜੇ ਜਾਣਦੇ ਹੋਣਗੇ, ਕੋਈ ਜਾਣਦਾ ਹੋਣਾ। ਬਜ਼ੁਰਗ ਜੋਗੀ ਸੀ, ਅੱਜ ਉਹਨੂੰ ਸੁਪੁਰਦੇ ਖਾਕ ਕੀਤਾ ਗਿਆ ਧਰਤੀ 'ਚ। ਐਮਪੀ ਦਾ ਰਹਿਣ ਵਾਲਾ, 80 ਸਾਲਾਂ ਵਿੱਚ ਕੁਝ ਖਾਧਾ ਪੀਤਾ ਹੀ ਪੌਣਾ ਹਾਰੀ ਸੀ। ਹੁਣ ਬੜੇ ਲੋਕ ਨੇ, ਸਾਧੂ ਦੇਵਤੇ ਸਿੱਧ ਰੋਟੀ ਨਹੀਂ ਖਾਂਦੇ ਸੀ, ਪਾਣੀ ਨਹੀਂ ਪੀਂਦੇ ਸੀ, ਉਹ ਪੌਣਾ ਹਾਰੀ ਰਹਿੰਦੇ ਸੀ, ਪ੍ਰਾਣ ਤੇ ਫਿਰ ਚੱਲਦੇ ਸੀ। ਪ੍ਰਾਣਾ ਕਰਕੇ ਦੁੱਖ ਸੁੱਖ ਹੈ, ਦੁੱਖ ਸੁੱਖ ਕਰਕੇ ਭੁੱਖ ਪਿਆਸ ਹੈ। ਕਹਿੰਦੇ ਮਹਾਰਾਜ ਮੇਰਾ ਸਰੂਪ ਦੱਸੋ। ਸਤਿਗੁਰੂ ਕਹਿੰਦੇ ਤੇਰਾ ਸਰੂਪ ਉਹ ਆ ਜਿਹੜਾ ਭੂਖ ਨੀਂਦ ਚ ਉੱਠ ਕੇ ਕਹਿੰਦਾ ਅੱਜ ਮੈਨੂੰ ਨੀਂਦ ਬਹੁਤ ਸੋਹਣੀ ਆਈ, ਮੈਨੂੰ ਪਤਾ ਹੀ ਨਹੀਂ ਲੱਗਿਆ ਰਾਤ ਕਦੋਂ ਲੱਗ ਗਈ। ਪਿੱਛੇ ਜਿਹੜਾ ਬੋਲਦਾ ਉਹ ਤੂੰ ਹੈ। ਅੱਜ ਮੈਨੂੰ ਬੜਾ ਵਧੀਆ ਲੱਗਿਆ, ਫਲਾਣਾ ਮੇਰਾ ਮਿੱਤਰ ਬਹੁਤ ਚੰਗਾ ਸੀ। ਇੱਕੋ ਹੀ ਬੋਲਦਾ, ਸਾਹ ਨਹੀਂ ਬੋਲ ਰਹੇ, ਪਰ ਸਾਹ ਤੇ ਚੱਲ ਰਹੇ ਆ। ਮਰਦ ਕਹਿੰਦੇ ਤੇਰਾ ਅਸਲੀ ਰੂਪ ਤੇ ਰਾਜ ਬਲਾਰ ਸਾਹਿਬ ਉਹੀ ਹੈ। ਇਹ ਪ੍ਰਾਣ ਤੇਰਾ ਇੱਕ ਆਸਰਾ ਨਹੀਂ, ਤੇਰਾ ਇੱਕ ਆਧਾਰ ਹੈ। ਹੁਣ ਪ੍ਰਾਣਾਂ ਦਾ ਆਧਾਰ ਕੀ ਹੈ? ਬਾਣੀ ਲਿਖਦੀ ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਕਹਿੰਦੇ ਰੱਬਾ ਮੇਰਿਆ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਆਸਰਾ ਹੈ। ਆਖੋ ਸਤਨਾਮ। ਭੁੱਖ ਪਿਆਸ ਤਾਂ ਨਹੀਂ ਹੈ, ਪ੍ਰਾਣਾਂ ਦਾ ਆਸਰਾ ਕੀ ਹੈ? ਗੁਰੂ ਨਾਨਕ ਸਾਹਿਬ ਮਰਦ ਕਈ ਮਹੀਨੇ ਰੋਟੀ ਨਹੀਂ ਸੀ ਖਾਂਦੇ, ਪ੍ਰਾਣ ਚੱਲ ਰਹੇ ਆ, ਕਿਉਂਕਿ ਰੱਬ ਦੇ ਪਿਆਰੇ ਬੰਦਗੀ ਵਾਲੇ ਦੁਨਿਆਵੀ ਖੁਰਾਕਾਂ ਤੋਂ ਦੂਰ ਹੋ ਜਾਂਦੇ ਆ। ਰੋਟੀ ਪਾਣੀ ਬੇਸ਼ੱਕ ਇਹ ਸਰੀਰ ਦਾ ਧਰਮ ਹੈ, ਬੇਸ਼ੱਕ ਸਰੀਰ ਦਾ, ਪਰ ਜੇ ਬੰਦਗੀ ਤੁਹਾਡੇ ਕੋਲੇ ਆ ਨਾ, ਭੁੱਖ ਤੇ ਪਿਆਸ ਤੁਹਾਡੀ ਘਟ ਜੇਗੀ। ਤਾਮਸੀ ਬੰਦੇ ਦੀ ਬਿਰਤੀ, ਉਹ ਸਾਰਾ ਦਿਨ 3 ਵੇਲੇ ਰੋਟੀ ਖਾ ਕੇ ਵੀ ਕੁਛ ਨਾ ਕੁਛ ਆਲੇ ਕੁਝ ਹੱਥ ਮਾਰਦਾ ਫਿਰਦਾ ਹੈ, ਬੇਕਾਰੀ ਬੰਦਾ। ਤੇ ਬੰਦਗੀ ਵਾਲਾ ਉਹਨੇ ਟਾਈਮ ਟੂ ਟਾਈਮ ਰੋਟੀ ਖਾਣੀ ਹੈ, ਫਾਲਤੂ ਕਦੇ ਗੁਜ਼ਰੀ ਸ਼ਰਮ। ਉਹਨੂੰ ਪਤਾ ਹੈ ਮੇਰੇ ਸਰੀਰ ਦਾ ਸੈਟਅਪ ਇੱਥੇ ਖੜੇ ਆ, ਜੇ ਮੈਂ ਇਹ ਤੋਂ ਵੱਧ ਅੱਗੇ ਪਿੱਛੇ ਖਾਦਾ ਨਾ, ਮੇਰੀ ਬੰਦਗੀ 'ਚ, ਮੇਰੀ ਇਬਾਦਤ ਵਿੱਚ, ਮੇਰੀ ਭਗਤੀ 'ਚ ਫਰਕ ਪਏਗਾ, ਮੈਂ ਡਿਸਟਰਬ ਹੋਵਾਂ। ਤੇ ਸਾਡੇ ਵਰਗੇ ਤੇ ਰਾਤ ਨੂੰ 12 ਵਜੇ ਉੱਠ ਕੇ ਵੀ ਚਾਹ ਪੀ ਲੈਂਦੇ, ਯਾਰ ਹੋਰ ਨਹੀਂ ਕੁਝ ਚਾਹ ਹੀ ਬਣਾਉਣਾ, ਉਹ ਵੀ ਪੀ ਲਾਂਗੇ। ਸਵੇਰੇ ਉੱਠ ਕੇ ਚਾਹ, ਦੁਪਹਿਰੇ ਚਾਹ, 10 ਵਜੇ ਚਾਹ, 3 ਵਜੇ ਚਾਹ, ਤੇ ਫਿਰ ਰੱਬ ਕਿੱਥੋਂ ਮਿਲਣਾ? ਆਖੋ ਸਤਨਾਮ। ਇਹ ਤੇ ਤਾਮਸੀ ਵਿਰਤੀ ਦੀਆਂ ਚੀਜ਼ਾਂ ਨੇ, ਅਸੀਂ ਤੇ ਇਹਨਾਂ ਦੇ ਆਧਾਰ ਤੇ ਖੜੇ ਆ, ਇਹਨੂੰ ਮੰਨੀ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਤੇਰੇ ਪ੍ਰਾਣ ਸਰੀਰ ਨੂੰ ਚਲਾਉਂਦੇ ਆ, ਨਾ ਤੂੰ ਸਰੀਰ ਆ ਤੇ ਨਾ ਤੂੰ ਪ੍ਰਾਣ ਹੈ। ਆਤਮਾ ਦਾ ਪ੍ਰਾਣਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਬੰਦੇ ਦੇ ਸਾਹ ਨਿਕਲ ਗਏ, ਆਤਮਾ ਛੱਡ ਕੇ ਚੱਲ ਜਾਂਦੀ, ਪਰ ਇਹ ਤਾਂ ਨਹੀਂ ਵੀ ਆਤਮਾ ਸਾਹ ਲੈਂਦੀ ਹੈ। ਅੰਦਰ ਦੀ ਜੋਤ, ਪਰਮਾਤਮਾ ਦੀ ਜੋ ਰੂਹ ਜਿਹਨੂੰ ਕਹਿ ਦਿੰਦੇ ਆਪਾਂ, ਆਤਮਾ ਪਰਮਾਤਮਾ ਹੈ, ਉਹਦਾ ਤੁਹਾਡੇ ਸਵਾਸਾਂ ਨਾਲ, ਤੁਹਾਡੇ ਸੁੱਖਾਂ ਦੁੱਖਾਂ ਨਾਲ, ਤੁਹਾਡੀ ਭੁੱਖ ਪਿਆਸ ਨਾਲ, ਤੁਹਾਡੇ ਸਰੀਰ ਨਾਲ, ਤੁਹਾਡੇ ਇੰਦਰੀਆਂ ਦੇ ਨਾਲ ਕੋਈ ਲਗਾਵ ਨਹੀਂ। ਜਾ ਕੋ ਉਤਰ ਸੁਣੋ ਅਮੰਗਾ, ਅਹੈ
जीव को प्राण तरंगा। फिर राय बुलार साहब पूछते कहते महाराज फिर प्राणा का की संबंध है मेरे नाल? ये कोई सवाल बनता ना भी बंदा मरदा है प्राण बंद, सवास चलते, हर कोई कहता जीवन की आस है भाई, साह चलते हैं। सतगुर कहते हर मनुख के सवास ਉਹਦਾ ਤੁਰੰਗ ਕਹੀਏ ਘੋੜਾ ਨਹੀਂ। ਘੋੜਾ ਇੱਕ ਸਾਧਨ ਹੈ। ਗੱਡੀ ਲਾ ਲਓ, ਟਰੱਕ ਕਹਿ ਲਓ, ਕਾਰ ਕਹਿ ਲਓ, ਟ੍ਰੇਨ ਕਹਿ ਲਓ, ਪਲੇਨ ਕਹਿ ਲਓ, ਘੋੜੇ ਦਾ ਮਤਲਬ ਸਿਰਫ ਇੱਕ ਕਟਾਕਸ਼ ਹੈ ਵੀ ਇੱਕ ਸਾਧਨ ਕਨਵੈਂਸ। ਸਾਧਨ ਕਰਕੇ ਸਿੱਧ ਹੋ ਰਿਹਾ ਸਰੀਰ, ਸਾਧਨ ਕਰਕੇ ਚੱਲਦਾ ਹੈ। ਜਿੱਥੇ ਰੋਟੀ ਪਾਣੀ ਸਭ ਕੁਝ ਜ਼ਰੂਰੀ ਹੈ, ਸਭ ਤੋਂ ਵੱਧ ਜ਼ਰੂਰੀ ਹੈ ਸਾਹ। ਜੇ ਸਾਹ ਨਹੀਂ ਨਾ ਹੁੰਦਾ, ਲੱਖਾਂ ਭੰਡਾਰ ਭਰੇ ਪਏ ਕਿਸੇ ਕੰਮ ਨਹੀਂ, ਬੰਦਾ ਮੁਰਦਾ ਹੁੰਦਾ ਏ। ਤਾਂ ਪਰ ਵੈ ਅਰੂੜ ਪਰਲੋਕਾ, ਜਾਏ ਸਬੰਦੇ ਹੋਤ ਸ਼ੋਕਾ। ਗਰੀਬਦਾਸ ਕਹਿੰਦੇ ਆ ਤੇਰੇ ਸਾਹ ਤੇਰੇ ਪ੍ਰਾਣ ਇੱਕ ਘੋੜਾ, ਇੱਕ ਸਾਧਨ ਹੈ। ਇਸ ਸਾਧਨ ਉੱਤੇ ਪਰਮਾਤਮਾ ਦੀ ਜੋਤ ਸਵਾਰੀ ਕਰਕੇ ਬੈਠੀ ਦੀ ਆਤਮਾ ਕਹਿੰਦੀ। ਤੇ ਜਿੱਦਣੇ ਸਾਹ ਨਿਕਲਦੇ ਆ, ਇਸ ਸਾਧਨੇ ਉੱਤੇ ਬੈਠੀ ਰੂਹ ਜਾਂਦੀ ਹੈ। ਜਦ ਆਤਮਾ ਜਾਊਗੀ ਸਾਹਾਂ ਨੂੰ ਲੈ ਕੇ ਜਾਊਗੀ। ਆਖੋ ਸਤਿਨਾਮ। ਕਦੇ ਨਹੀਂ ਹੁੰਦਾ ਬੰਦੇ ਚ ਆਤਮਾ ਹੈ, ਸਰੀਰ ਦੇ ਵਿੱਚ ਜੋਤ ਚੱਲ ਰਹੀ ਹੈ ਪਰ ਸਾਹ ਨਹੀਂ ਚੱਲਦੇ। ਸਵਾਸ ਉਹਦੇ ਘੋੜਾ ਨੇ, ਸਵਾਸ ਉਹਦਾ ਸਾਧਨ ਹੈ। ਆਤਮਾ ਦੀ ਸਵਾਰੀ ਸਾਹਾਂ ਤੇ ਹੈ। ਮਤ ਭੁਲੇਖਾ ਰੱਖਿਓ ਵੀ ਆਤਮਾ ਇੱਥੇ ਵਸਦੀ, ਕੋਈ ਕਹਿੰਦਾ ਇੱਥੇ ਹੈ, ਕੋਈ ਕਹਿੰਦਾ ਪਿਛਲੇ ਪਾਸੇ ਸਿਰ ਤੇ। ਪੁੱਛੋ ਕਿਸੇ ਨੂੰ, ਜੋਗੀ ਕਹਿੰਦੇ ਇੱਥੇ ਵਸਦੀ ਨਹੀਂ। ਗੁਰੂ ਨਾਨਕ ਸਾਹਿਬ ਦੱਸ ਰਹੇ ਆ, ਕਹਿੰਦੇ ਤੇਰੀ ਰੂਹ ਪ੍ਰਾਣਾ ਤੇ ਸਵਾਰ ਹੈ। ਤੇ ਡਾਕਟਰ ਵੀ ਸਮੇਂ ਦੀ ਮੈਡੀਕਲ ਸਾਇੰਸ ਵੀ ਸਾਹ ਦੇ ਕੇ ਕਹਿ ਦਿੰਦੇ ਆ ਕਿ ਚਲੇ ਗਿਆ ਸਤਿਨਾਮ ਹੈ ਨਹੀਂ। ਕਹਿੰਦੇ ਜਾਨ ਨਿਕਲੀ ਬੰਦੇ ਦੀ ਮੇਰੇ ਹੱਥਾਂ 'ਚ। ਉਹ ਕਿਵੇਂ ਪਤਾ ਤੈਨੂੰ ਕਿਹੜਾ ਵੇਖੀ ਹੈ? ਉਹਨੇ ਵੇਖਿਆ ਵੀ ਮੇਰੇ ਗੋਡੇ ਤੇ ਸਿਰ ਰੱਖਿਆ ਸੀ ਫਲਾਣੇ ਨੇ। ਜਦੋਂ ਉਹਨੇ ਆਖਰੀ ਲੰਮਾ ਸਾਹ ਲਿਆ, ਸਾਹ ਤੋਂ ਬਾਅਦ ਸਾਹ ਨਹੀਂ ਚੱਲਿਆ, ਯਾਰ ਜਾਨ ਨਿਕਲ ਗਈ, ਡੈਡ ਹੋ ਗਿਆ। ਅੱਜ ਸੁਣਿਓ, ਸਾਡੀ ਆਤਮਾ ਕਿੱਥੇ ਹੈ? ਸਾਹਾਂ ਦੇ ਉੱਤੇ ਚੜੀ ਹੋਈ। ਇਸੇ ਕਰਕੇ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਇੱਕ ਬਿੰਦ ਇੱਕ ਸਾਹ ਦਾ ਭਰੋਸਾ ਨਹੀਂ, ਆਤਮਾ ਸਾਹ ਤੇ ਸਵਾਰ ਹੈ। ਸਾਹ ਨਿਕਲਿਆ, ਆਤਮਾ ਬਾਹਰ ਆਈ। ਜੇ ਅੰਦਰ ਆਇਆ ਤੇ ਠੀਕ ਹੈ, ਜੇ ਨਾ ਆਇਆ ਤੇ ਗਈ। ਆਖੋ ਸਤਿਨਾਮ। ਇਸੇ ਕਰਕੇ ਕਹਿੰਦੇ ਆ ਇੱਕ ਸਾਹ ਦੇ ਫਰਕ ਕਰਕੇ ਦੀਨ ਦੁਨੀਆ ਦਾ ਫਰਕ ਹੈ। ਸਾਹ ਆ ਗਿਆ ਤੇ ਇੱਥੇ ਲੋਕ ਚ ਨਿਕਲ ਗਿਆ ਪਰ ਲੋਕ ਚ ਇਹਨਾਂ ਵੀ ਫਰਕ ਹੈ। ਸਾਹ ਦੇ ਉੱਤੇ ਹੀ, ਪ੍ਰਾਣਾ ਦੇ ਉੱਤੇ ਹੀ ਮਨੁੱਖ ਦੀ ਰੂਹ ਦਾ ਵਾਸਾ ਹੈ, ਉਹਦੀ ਸਵਾਰੀ ਹੈ। ਜਾਤੇ ਅਨੰਤ ਸਰੂਪ ਪਛਾਨੋ, ਜਿਹ ਜਾਣੇ ਸਭ ਸੰਕਟ ਹਾਨੋ। ਸਤਿਗੁਰ ਕਹਿੰਦੇ ਰਾਏ ਬਲਾਰ ਦੀ ਇਹੀ ਤੇ ਦੁੱਖ ਹੈ, ਸਾਨੂੰ ਸਮਝ ਨਹੀਂ ਆਇਆ ਸੀ ਕੌਣ ਆ। ਕਹਿੰਦੇ ਤੇਰਾ ਉਹੀ ਸਰੂਪ ਹੈ, ਜੇ ਤੂੰ ਉਹਨੂੰ ਪਛਾਣ ਲਿਆ ਤੇਰੇ ਸਾਰੇ ਦੁੱਖ ਖਤਮ। ਤੇ ਜਿਹਨੇ ਅਜੇ ਸਰੀਰ ਨੂੰ ਹੀ ਆਪਣਾ ਆਪ ਮੰਨਿਆ ਹੋਇਆ ਵੀ ਮੇਰਾ ਫਲਾਣਾ ਨਾਮ ਹੈ, ਮੈਂ ਫਲਾਣਾ ਸਿੰਘ ਆ, ਉਹ ਸੁਖੀ ਹੋ ਸਕਦਾ ਕਦੇ? ਮੈਂ ਕਹਿੰਦਾ ਲੱਖਾਂ ਧਾਰਮਿਕ ਥਾਵਾਂ ਤੇ ਠਾਠ ਤੀਰਥਾਂ ਤੇ ਦਿਨ ਰਾਤ ਚੁੱਭੀਆਂ ਲਾਵੇ, ਜਿਹਦੀ ਹਉਮੈ ਸਰੀਰ ਤੇ ਖੜੀ ਹੈ, ਨਾ ਕਦੇ ਮੁਕਤ ਸੀ, ਨਾ ਹੈ, ਨਾ ਕਦੇ ਹੋਏਗਾ। ਆਖੋ ਸਤਿਨਾਮ। ਕਦੇ ਵੀ ਨਹੀਂ ਹੋਣਾ। ਹਉਮੈ ਮੁਕਤ ਹੋਣਾ ਨਹੀਂ ਹੈ। ਬਾਣੀ ਨੇ ਤੇ ਸਪਸ਼ਟ ਕਹਿ ਦਿੱਤਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਜਿੱਥੇ ਹਉਮੈ ਬੈਠੀ ਉੱਥੇ ਰੱਬ ਦਾ ਨਾਮ ਨਹੀਂ, ਰੱਬ ਨਹੀਂ। ਜਿੱਥੇ ਰੱਬ ਦਾ ਨਾਮ ਉੱਥੇ ਹਉਮੈ ਹੋ ਨਹੀਂ ਸਕਦਾ। ਅਸੀਂ ਕਰਮਾਂ ਵਾਲੇ ਜਿਹੜੇ ਸਾਰਾ ਕੁਝ ਚੱਕੀ ਫਿਰਦੇ ਆ, ਨਾਮ ਵੀ ਬਹੁਤ ਜਪਦੇ ਆ, ਪਾਠ ਵੀ ਬੜਾ ਕਰਦੇ ਆ, ਤੇ ਲੈ ਮੇਰੇ ਵਰਗਾ ਕੌਣ ਹੋ ਸਕਦਾ? ਮੈਨੂੰ ਪਤਾ। ਜੇ ਬਾਹਰੋਂ ਨਹੀਂ ਕਹਿੰਦੇ, ਅੰਦਰੋਂ ਮੰਨੀ ਜਾਂਦੇ ਆ। ਸਤਿਗੁਰਾਂ ਦੇ ਬਚਨ ਸੁਣ ਕੇ ਰਾਏ ਬੁਲਾਰ ਸਾਹਿਬ ਇੱਕਦਮ ਸਰੀਰ ਚਰਨਾਹਟ ਵਿੱਚ ਆ ਗਿਆ। ਸਤਿਗੁਰ ਕਹਿੰਦੇ ਤੇਰੀ ਰੂਹ ਦੀ ਸਵਾਰੀ ਤੇਰੇ ਪ੍ਰਾਣਾਂ ਉੱਤੇ ਹੈ। ਇਸੇ ਕਰਕੇ ਰੱਬ ਦੇ ਪਿਆਰੇ ਆਪਣੀ ਮਰਜ਼ੀ ਨਾਲ ਪ੍ਰਾਣ ਤਿਆਗਦੇ ਨੇ। ਆਖੋ ਸਤਿਨਾਮ। ਮਰਜ਼ੀ ਨਾਲ ਪ੍ਰਾਣ, ਕਿਉਂਕਿ ਸਾਹਾਂ ਦੀ ਡੋਰੀ ਹੱਥ ਵਿੱਚ ਹੈ। ਹੱਥ ਸਰੀਰ ਹੈ, ਸਰੀਰ ਕਿਹਦੇ ਵੱਸ 'ਚ ਹੈ? ਆਤਮਾ ਦੇ। ਹੁਣ ਜਦੋਂ ਰਾਏ ਬੁਲਾਰ ਸਾਹਿਬ ਨੇ ਸੁਣਿਆ ਇੱਥੋਂ ਤੱਕ ਤੇ ਕਲੀਅਰ ਹੋ ਗਿਆ, ਤੁਹਾਡਾ ਵੀ ਹੋ ਗਿਆ, ਕਿਉਂਕਿ ਇਹ ਵਿਸ਼ਾ ਬਹੁਤ ਔਖਾ। ਮੇਰੀ ਕੋਸ਼ਿਸ਼ ਹੈ ਸੌਖਾ ਕਰਦੇ, ਈਜ਼ੀ ਹੋਵੇ, ਸਮਝ ਆਵੇ। ਜੇ ਸਮਝ ਹੀ ਨਹੀਂ ਆਉਂਦਾ ਫਿਰ ਮੈਂ ਆਪਣੀ ਵਿਦਵਾਨੀ ਘੋਟੀ ਜਾਵਾਂ, ਉਹਦਾ ਕੋਈ ਫਾਇਦਾ ਨਹੀਂ। ਸੰਗਤਾਂ ਤੇ ਵਿਦਵਤਾ ਨਹੀਂ ਵਿਖਾਈ ਦੀ ਹੁੰਦੀ, ਸੰਗਤ ਦੇ ਵਿੱਚ ਤੇ ਪਿਆਰ ਵਿੱਚ ਸਮਝਣ ਦੀ ਗੱਲ ਕਰੀਏ ਤਾਂ ਜੋ ਸਾਨੂੰ ਉਸ ਚੀਜ਼ ਦਾ ਪਤਾ ਲੱਗੇ, ਫਾਇਦਾ ਹੋਵੇ ਕੋਈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਰਾਏ ਬੁਲਾਰ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਪਿਆਰਿਆ ਹੁਣ ਦੱਸ ਤੇਰਾ ਰੂਪ ਕੀ ਹੈ? ਮਰਦ ਕਿਉਂ ਸਵਾਲ ਕਰਦੇ ਆ?
ਗੁਰੂ ਸਾਹਿਬ ਜਾਣਦੇ ਆ ਕਿਤੇ ਸੂਖਸ਼ਮ ਜੀ ਹਉਮੈ ਤਿਲ ਜਿਨੀ ਵੀ ਅੰਦਰ ਰਹਿ ਨਾ ਜਾਵੇ। ਸੁਣ ਕਰ ਰਾਏ ਸ਼ਰੋਣ ਅਸ ਬਚਨਾ ਤਿਆਗੀ ਪ੍ਰਾਣ ਅਹੰਕੀ ਰਚਨਾ। ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਅੱਜ ਮੈਂ ਆਪਣੇ ਪ੍ਰਾਣਾਂ ਦੀ ਰਚਨਾ ਛੱਡ ਦਿੱਤੀ ਹੈ, ਮੈਂ ਹਉਮੈ ਛੱਡਤੀ ਪ੍ਰਾਣਾਂ ਦੀ। ਕਿਉਂਕਿ ਹਰ ਬੰਦਾ ਕਹਿੰਦਾ ਹੈ ਕਿ ਯਾਰ ਮੇਰੇ ਪ੍ਰਾਣ ਨਾ ਨਿਕਲ ਜਾਣ, ਮੈਂ ਆ ਦਵਾਈ ਨਹੀਂ ਖਾਣੀ ਮੈਨੂੰ ਕੁਝ ਨਾ ਹੋਵੇ, ਮੈਂ ਫਲਾਣੀ ਥਾਂ ਨਹੀਂ ਜਾਣਾ, ਮੈਂ ਉੱਚੀ ਥਾਂ ਨਹੀਂ ਚੜ ਸਕਦਾ, ਮੈਂ ਖਤਰਾ ਨਹੀਂ ਬੋਲ ਲੈਣਾ, ਮੈਨੂੰ ਜ਼ਿੰਦਗੀ ਬੜੀ ਪਿਆਰੀ ਹੈ। ਨਾ, ਜ਼ਿੰਦਗੀ ਤੇਰੇ ਹੱਥ ਨਹੀਂ। ਜਿੱਦਣ ਜਾਣ ਦੀ ਵਾਰੀ ਆ ਗਈ ਨਾ ਬੈੱਡ ਤੇ ਬੈਠੇ ਨੂੰ ਲੈ ਜਾਣਾ ਆਖੋ ਸਤਿਨਾਮ। ਇਹ ਬਹਾਨੇ ਆ, ਜ਼ਿੰਦਗੀ ਨੂੰ ਖੁੱਲ ਕੇ ਜੀਓ। ਮੈਂ ਡਰ ਕੇ ਜੋ ਨਾ ਹਾਈ ਮੈਨੂੰ ਕੁਝ ਨਾ ਹੋ ਜੇ। ਜਿੱਦਣ ਹੋਣ ਤੇ ਆ ਗਿਆ ਉਹ ਫਿਰ ਜਿਹੜੇ ਮਰਜ਼ੀ ਹਸਪੀਟਲ ਚੱਲ ਗਈ ਸਭ ਕਹਿੰਦੇ ਸੌਰੀ ਲੇਟ ਹੋ ਗਏ, ਬਚ ਨਹੀਂ ਸਕੇ, ਬਚਾ ਨਹੀਂ ਸਕੇ। ਤੇ ਜਿਹਨੂੰ ਉਹਨੇ ਬਚਾਉਣਾ ਨਾ, ਧਰਤੀ ਵਿੱਚ ਦਬੇ ਲੋਕ ਬੋਰਵੈਲ ਵਿੱਚ 24 ਘੰਟੇ, ਕਈ ਵਾਰ ਖੂਹੀਆਂ ਦਬ ਜਾਂਦੀਆਂ ਪਿੰਡਾਂ ਦੇ ਵਿੱਚ, ਮਿੱਟੀ ਭਰ ਜਾਂਦੀ ਉੱਤੇ, ਟਰੈਕਟਰਾਂ ਨਾਲ ਜੇਸੀਬੀਆਂ ਨਾਲ ਕੱਢੀ ਜਾਂਦੀ ਆ, 48 ਘੰਟੇ ਲੱਗ ਜਾਂਦੇ, ਕਈ ਵਾਰ ਉਹਨਾਂ ਦੇ ਵਿੱਚ ਸਾਹ ਚੱਲ ਪੈਂਦੇ ਆ। ਇਹਨੂੰ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਦੇ ਰੱਖੈ। ਉਹ ਚਾਹੇ ਨਾ ਸਾਹਾਂ ਬਿਨਾਂ ਰੱਖ ਸਕਦਾ ਹੈ, ਪਰ ਤੂੰ ਆਪਣੇ ਸਾਹਾਂ ਤੇ ਕੰਟਰੋਲ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਸਭ ਕੁਝ ਉਹਦੇ ਹੱਥ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਜਦੋਂ ਬਾਣੀ ਨੇ ਸਪਸ਼ਟ ਕਹਿਤਾ ਰੱਬਾ ਤੇਰੇ ਹੱਥ ਡੋਰ ਹੈ, ਤੂੰ ਕਿਉਂ ਡਰੀ ਜਾਂਦਾ ਹੈ? ਡੋਰੀ ਉਹਦੇ ਹੱਥ, ਡਰ ਤੈਨੂੰ ਲੱਗਦਾ ਸੱਜਣ ਤੇਰਾ ਵਿਸ਼ਵਾਸ ਪਾਤਰ ਉਹ ਪਿਆਰਾ ਤੇਰਾ ਤੇਰੇ ਨਾਲ ਗਦਾਰੀ ਨਹੀਂ ਕਰੇਗਾ। ਜਿੱਦਣ ਸਵਾਸਾਂ ਦਾ ਸਮਾਂ ਆ ਗਿਆ ਉਹ ਲੈ ਜਾਣਾ, ਫਿਰ ਤੈਨੂੰ ਵੀ ਦੱਸ ਕੇ ਨਹੀਂ ਲੈ ਕੇ ਜਾਣਾ। ਰਾਏ ਬੁਲਾਰ ਸਾਹਿਬ ਕਹਿੰਦੇ ਮਰਦ ਮੈਂ ਆਪਣੇ ਪ੍ਰਾਣਾਂ ਦੀ ਹਉਮੈ ਛੱਡਤੀ। ਪ੍ਰਾਣ ਹਰ ਇੱਕ ਨੂੰ ਪਿਆਰੇ ਆ, ਹੋਣੇ ਵੀ ਚਾਹੀਦੇ ਆ, ਪਰ ਪ੍ਰਾਣਾਂ ਦੀ ਹਉਮੈ ਨਾ ਹੋਵੇ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ। ਇਹ ਕੀ ਹੈ ਪ੍ਰਾਣਾਂ ਦੀ ਹਉਮੈ? ਬੜੇ ਲੋਕੀ ਕਹਿੰਦੇ ਆ ਇਹੋ ਜੀ ਗੋਲੀ ਨਹੀਂ ਬਣੀ ਜਿਹੜੀ ਜੱਟ ਨੂੰ ਮਾਰ ਦੂਗੀ। ਮੁੜ ਕੇ ਜੱਟ ਰੋਡ ਤੇ ਚੱਲਿਆ ਪਿਆ ਹੁੰਦਾ, ਚੱਕਿਆ ਵੀ ਨਹੀਂ ਜਾਂਦਾ, ਪਛਾਣਿਆ ਵੀ ਨਹੀਂ ਜਾਂਦਾ। ਹੁਲੀਆ ਕਾਹਦੀ ਹਉਮੈ ਸੀ? ਪ੍ਰਾਣਾਂ ਦੀ, ਸਰੀਰ ਦੀ, ਇੰਦਰੀਆਂ ਦੀ। ਉਹਨੂੰ ਪਤਾ ਸੀ ਮੈਨੂੰ ਕੋਈ ਮਾਰੂ ਮੈਂ ਬਚ ਜਾਊਂ, ਮੈਂ ਸਾਵਧਾਨ ਹੋਊਂ। ਰਾਏ ਬੁਲਾਰ ਸਾਹਿਬ ਕਹਿੰਦੇ ਮਰਦ ਮੈਂ ਆਪਣੇ ਪ੍ਰਾਣਾਂ ਦੀ ਹਉਮੈ ਵੀ ਅੱਜ ਤਿਆਗ ਦਿੱਤੀ ਹੈ। ਬੋਲਿਓ ਜਗਤ ਲਖਿਓ ਸਭ ਕਾਚਾ ਪ੍ਰਾਣ ਨਹੀਂ ਮੈਂ ਸਾਚ ਉਬਾਚਾ। ਸਤਿਗੁਰੂ ਹੱਸ ਕੇ ਕਹਿੰਦੇ ਰਾਏ ਬੁਲਾਰ ਸਾਹਿਬ ਦੱਸੋ ਹੁਣ ਕੀ ਦਿਸਦਾ ਤੁਹਾਨੂੰ, ਨਜ਼ਰ ਕੀ ਆਉਂਦਾ ਹੈ? ਕਹਿੰਦੇ ਮਰਦ ਮੈਂ ਆਪਣੇ ਪ੍ਰਾਣਾਂ ਦੀ ਹਉਮੈ ਛੱਡੀ, ਹੁਣ ਮੈਨੂੰ ਦੁਨੀਆ ਕੱਚੀ ਤੇ ਝੂਠੀ ਦਿਸਦੀ। ਆਖੋ ਸਤਿਨਾਮ। ਇੱਥੇ ਆ ਕੇ ਝੂਠੀ ਦਿਸਦੀ ਦੁਨੀਆ। ਐਵੇਂ ਨਹੀਂ ਕਿ 4 ਵਾਰ ਸੁਣਿਆ ਕਥਾ ਚ ਵੀ ਦੁਨੀਆ ਝੂਠੀ ਕਹੀ ਚਲੋ ਹਾਂ ਜੀ ਸੰਸਾਰ ਝੂਠਾ ਏ। ਜਦੋਂ ਪਤਾ ਲੱਗਿਆ ਨਾ ਕਿ ਇੱਥੇ ਅੱਜ ਇੰਨੀ ਤਨਖਾਹ ਘਟ ਜਾਣੀ ਹੈ, ਫਲਾਣੇ ਨੇ ਅੱਜ ਤੈਨੂੰ ਕਿਰਾਇਆ ਨਹੀਂ ਦੇਣਾ, ਮੈਂ ਕਹਿੰਦਾ ਜਾਨ ਤਲੀ ਤੇ ਆਈ ਹੁੰਦੀ। ਜਿਹੜਾ ਕਹਿੰਦਾ ਦੁਨੀਆ ਝੂਠੀ ਕਿਰਾਇਆ ਦੇਣਾ, ਕਹਿੰਦਾ ਚੱਲ ਓਏ ਕਰ ਖਾ ਲਈ ਇਹਨੂੰ, ਤੂੰ ਕੀ ਕੀਤਾ ਸਾਨੂੰ? ਕਹਿਣ ਦੀਆਂ ਗੱਲਾਂ ਅਸੀਂ ਜਿਹੜੀਆਂ ਮੰਨੀ ਫਿਰਦੇ ਦੁਨੀਆ ਝੂਠੀ। ਪਰ ਇੱਥੇ ਇਸ ਅਵਸਥਾ ਤੇ ਖੜ ਕੇ ਵੇਖਿਆ, ਉੱਚਾ ਚੜ ਕੇ ਦੇਖਿਆ ਘਰ ਘਰ ਇਹਾ ਅੱਗ। ਉਹ ਉੱਚਾ ਕਿਹੜਾ ਏ? ਭਗਤ ਕਬੀਰ ਇਸ ਪੌੜੀ ਦੀ ਗੱਲ ਕਰਦੇ ਆ, ਇਸ ਮੰਜ਼ਿਲ ਦੀ ਗੱਲ ਕਰਦੇ ਆ। ਕਹਿੰਦੇ ਜਦ ਮੈਂ ਜਾਣਿਆ ਵੀ ਪ੍ਰਾਣ ਮੇਰੇ ਨਹੀਂ। ਕਿਉਂ ਕਿਹਾ ਉਹਨਾਂ ਪ੍ਰਾਣ ਮੇਰੇ ਨਹੀਂ? ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿੰਦੇ ਜਦੋਂ ਮੈਨੂੰ ਡੋਬਣ ਵਾਸਤੇ ਸੰਗਲ ਪਾ ਲਏ, ਹਾਥੀਆਂ ਦੇ ਪੈਰਾਂ ਥੱਲੇ ਦਰੜਿਆ, ਮੈਨੂੰ ਪਾਣੀ 'ਚ ਡੋਬਿਆ, ਉਦੋਂ ਮ੍ਰਿਗਸ਼ਾਲਾ ਤੇ ਪ੍ਰਮਾਤਮਾ ਨੇ ਭਗਤ ਕਬੀਰ ਨੂੰ ਬਿਠਾਇਆ। ਕਹਿੰਦੇ ਡੁੱਬਦੇ ਨੂੰ ਉਹਨੇ ਆਪ ਬਚਾਇਆ। ਇਸ ਲਈ ਪ੍ਰਾਣ ਆਉਂਦੇ ਆ। ਫਿਰ ਪ੍ਰਭ ਜੀ ਤੂੰ ਮੇਰੋ ਪ੍ਰਾਣ ਆਧਾਰਾ। ਫਿਰ ਸਿੱਖਾਂ ਨੇ ਕਿਹਾ, ਪਿਆਰਿਆਂ ਨੇ ਕਿਹਾ ਰੱਬਾ ਮੇਰਿਆ ਤੂੰ ਮੇਰੇ ਪ੍ਰਾਣਾਂ ਦਾ ਆਸਰਾ ਏ। ਤੇ ਜਦੋਂ ਰੱਬ ਨਹੀਂ ਸੀ ਮਿਲਿਆ, ਹਉਮੈ ਸ਼ੁਰੂ ਕਹਿੰਦੀ ਸੀ ਮੈਂ ਆਪਣੀ ਸੈਲਫ ਡਿਫੈਂਸ ਕਰਦਾ, ਮੇਰੀ ਜ਼ਿੰਦਗੀ ਮੇਰੇ ਹੱਥ ਹੈ, ਮੇਰੀ ਸੋਚ ਮੇਰੇ ਹੱਥ ਹੈ, ਮੇਰੀ ਮਰਜ਼ੀ। ਕਹਿੰਦੀ ਮਰਦ ਮੈਨੂੰ ਅੱਜ ਲੱਗ ਗਿਆ ਪਤਾ ਵੀ ਦੁਨੀਆ ਝੂਠੀ ਹੈ, ਸੰਸਾਰ ਕੂੜਾ ਹੈ, ਇਹ ਸੱਚਾ ਨਹੀਂ ਹੈ। ਮਨ ਸਰੂਪ ਮੈਂ ਆਪਣਾ ਜਾਨਾ ਜਾ ਕੇ ਹੈ ਅਧੀਨ ਸਭ ਗਿਆਨਾ। ਇਹ ਦੁਨੀਆ ਦੇ ਮਾਲਕ ਨੇ ਫਿਰ ਚੌਥਾ ਸਵਾਲ ਕੀਤਾ, ਕਹਿੰਦੇ ਰਾਏ ਬੁਲਾਰ ਸਾਹਿਬ ਤੁਹਾਡਾ ਰੂਪ ਕੀ ਹੈ? ਹੁਣ ਦੱਸੋ। ਸਭ ਕੁਝ ਸੋਚ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਲੱਗਦਾ ਮੇਰਾ ਸਰੂਪ ਮੇਰਾ ਮਨ ਹੈ। ਮਨ ਇਹ ਅਸਲ ਜੜ ਹੈ। ਆ ਜਿੰਨੇ ਆਪਾਂ ਭਟਕਦੇ ਫਿਰਦੇ ਹਾਂ ਦੁਨੀਆ ਤੇ, ਜਿੰਨੇ ਦੁਖੀ ਸੁਖੀ ਹੈ ਕਿਹਦੇ ਕਰਕੇ ਆ? ਐਸੇ ਕਰਕੇ ਮਨ ਕਰਕੇ ਦੁਖੀ ਆ, ਮਨ ਕਰਕੇ ਸੁਖੀ।
ਹੁਣ ਬੜੇ ਔਖੇ ਪਹੁੰਚੇ ਆ ਮਨ ਤੱਕ। ਅਸੀਂ ਤੇ ਸਿੱਧੇ ਮਨ ਦੀਆਂ ਗੱਲਾਂ ਕਰਦੇ ਆ ਜੀ, ਮੇਰਾ ਮਨ ਵਸ ਹੋ ਗਿਆ ਜੀ, ਮੈਂ 2 ਦਿਨ ਪਾਠ ਕੀਤਾ, ਮੈਂ ਫਲਾਣੇ ਕੋਲ ਗਿਆ, ਮੇਰਾ ਮਨ ਟਿਕ ਗਿਆ। ਇਹ ਭੁਲੇਖਾ ਤੇਰਾ। ਜਿੱਦਣ ਸਤਿਗੁਰ ਦੀ ਕਿਰਪਾ ਹੋਈ ਮਨ ਵਸ ਆਵੇ ਨਾਨਕਾ, ਜੀ ਪੂਰਨ ਕਿਰਪਾ ਹੋਏ। ਜਿੱਦਣ ਗੁਰੂ ਦੀ ਕਿਰਪਾ ਹੋਗੀ ਵਸ ਉਦਣ ਆਉਣਾ, ਇਹ ਤੇ 1 ਸੈਕਿੰਡ ਵਸ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਮੈਂ ਜਾਣਿਆ ਮੇਰਾ ਮਨ ਮੇਰਾ ਰੂਪ ਹੈ। ਆਪਾਂ ਵੀ ਕਹਿੰਦੇ ਮੇਰਾ ਮਨ ਨਹੀਂ ਮੰਨਦਾ, ਮੈਂ ਕਰਾਂ ਮਨ ਕਰ। ਮੇਰਾ ਮਨ ਕਹਿੰਦਾ ਇਹ ਬੰਦਾ ਠੀਕ ਨਹੀਂ। ਮੇਰਾ ਮਨ ਕਹਿੰਦਾ ਇਹ ਤੇ ਭਰੋਸਾ ਕੀਤਾ ਜਾ ਸਕਦਾ। ਕਹਿੰਦੇ ਪਾਤਸ਼ਾਹ ਮੈਂ ਪ੍ਰਾਣ ਨਹੀਂ, ਮੈਂ ਸਰੀਰ ਨਹੀਂ, ਮੈਂ ਔਰਗਨ, ਮੈਂ ਇੰਦਰੇ ਨਹੀਂ, ਪਰ ਮੈਨੂੰ ਲੱਗਦਾ ਹੈ ਮੇਰਾ ਸਰੂਪ ਮਨ ਹੈ। ਸਾਵਧਾਨ ਮਨ ਹੋਏ ਨਾ ਜੋ ਲੋ, ਗਿਆਨ ਉਪਾਵੇ ਕੋਈ ਨਾ ਤੋਲੋ। ਇਹਦੇ ਬਾਦਸ਼ਾਹ ਜਦੋਂ ਤੱਕ ਮਨ ਸਾਵਧਾਨ ਨਹੀਂ ਹੁੰਦਾ ਉਦੋਂ ਤੱਕ ਅੰਤਰ ਆਤਮੇ ਦਾ ਗਿਆਨ ਨਹੀਂ ਹੁੰਦਾ। ਇਹ ਗੱਲਾਂ ਠੀਕ ਨੇ, ਕਿਉਂਕਿ ਸਾਰੇ ਧਰਮਾਂ 'ਚ ਇਹੀ ਰੌਲਾ ਹੈ, ਮਨ ਟਿਕਾਓ, ਮਨ ਟਿਕਾਓ। ਅੱਜ ਕੱਲ੍ਹ ਦੇ ਵਿਦਵਾਨ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਗੁਰਦੁਆਰੇ ਜਾਣ ਦੀ ਲੋੜ ਕੀ ਹੈ। ਇਹ ਰੌਲਾ ਤੁਹਾਡੇ ਤੋਂ ਵੀ ਬੜੇ ਹੋਣੇ ਜਿਹੜੇ ਗੱਲਾਂ ਕਰਦੇ ਮਨ ਸਾਫ਼। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਨ ਸਾਫ਼ ਨਹੀਂ ਸੀ ਜਿਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਅੰਮ੍ਰਿਤ ਛਕਾਇਆ, ਆਪ ਛਕਿਆ? ਮਾਤਾ ਗੁਜਰ ਕੌਰ ਜੀ ਨੇ ਸਤਿਗੁਰਾਂ ਦੇ ਪਰਿਵਾਰ ਨੇ ਛਕਿਆ। ਕੌਮ ਲਈ ਜਿੰਨਾ ਸਰਵੰਸ ਵਾਰ ਦਿੱਤਾ, ਮਨ ਸਾਫ਼ ਨਹੀਂ। ਤੇ ਮੇਰੇ ਵਰਗਾ ਕਹਿੰਦਾ ਗੁਰਦੁਆਰੇ ਜਾਣ ਦਾ ਫਾਇਦਾ ਕੀ ਹੈ? ਮਨ ਸਾਫ਼ ਹੋਣਾ ਚਾਹੀਦਾ। ਕਿਹੜੀ ਦੁਨੀਆ 'ਚ ਤੁਰੇ ਫਿਰਦੇ ਆ, ਕਿਹੜੇ ਹਾਲਾਤਾਂ 'ਚ ਤੁਰੇ ਫਿਰਦੇ ਆ? ਇਹਦਾ ਮਤਲਬ ਅਸੀਂ ਤੇ ਦੁਨੀਆ ਤੋਂ ਵੀ ਟੁੱਟੇ ਹੋਏ ਆ। ਰੱਬ ਨਾਲ ਤੇ ਕੀ ਜੁੜਨਾ? ਅਸੀਂ ਤੇ ਦੁਨੀਆ ਦੇ ਵਿੱਚ ਰਹਿ ਕੇ ਉਲਝੇ ਫਿਰਦੇ ਆ। ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਮਨ ਵੱਡੇ ਵੱਡੇ ਫੈਸਲੇ ਲੈਂਦਾ ਹੈ, ਮਨ ਮਰਜ਼ੀ ਕਰਦਾ ਹੈ। ਮਨ ਆਪਣੀ ਮਰਜ਼ੀ ਦੇ ਨਾਲ ਦੁਨੀਆ ਛੱਡ ਸਕਦਾ ਤੇ ਮਰਜ਼ੀ ਨਾਲ ਆ ਨਹੀਂ ਸਕਦਾ। ਕਿਸੇ ਦਾ ਫੈਸਲਾ ਹੁੰਦਾ ਮੈਂ ਸੁਸਾਇਡ ਕਰਨਾ, ਮੈਂ ਮੰਨਣਾ, ਕੌਣ ਕਹਿੰਦਾ? ਮਨ ਕਹਿੰਦਾ। ਮਨ ਕਹਿੰਦਾ ਤੇਰੇ ਹੁਣ ਜਿਉਣ ਦਾ ਫਾਇਦਾ ਕੀ, ਤੇਰੇ ਸਾਰੇ ਰਸਤੇ ਸਾਫ਼ ਹੋ ਗਏ, ਤੇਰਾ ਕੁਛ ਨਹੀਂ ਹੈ ਇੱਥੇ। ਉਹ ਸੋਚਣ ਨਹੀਂ ਦਿੰਦਾ ਕੁਛ, ਗਲਤ ਫੈਸਲੇ ਲੈਂਦਾ। ਰਾਏ ਬਲਾਰ ਸਾਹਿਬ ਕਹਿੰਦੇ ਮਨ ਫਿਰ ਮਨ ਤੇ ਮੇਰਾ ਰੂਪ ਹੋਇਆ। ਹੁਣ ਬਾਣੀ ਵੀ ਕਹਿੰਦੀ ਹੈ ਜੀ, ਸਵਾਲ ਹੈ, ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ। ਇਹੀ ਤੇ ਰਾਏ ਬਲਾਰ ਸਾਹਿਬ ਕਹਿੰਦੇ ਮੈਂ ਮਾਨਾ, ਨਾਨਕ ਸਾਹਿਬ ਕਹਿੰਦੇ ਨਹੀਂ, ਤੂੰ ਮਨ ਵੀ ਨਹੀਂ ਹੈ। ਮੈਂ ਇਸ ਕਲਪ ਕੀਓ ਅਸ ਭਾਂਤੇ, ਜਾਂ ਤੇ ਜੀਤੋਂ ਸਕਲ ਰਾਤੇ। ਸਤਿਗੁਰ ਪੁੱਛਦੇ ਤੁਸੀਂ ਮਨ ਕਿਵੇਂ ਹੋ? ਕਹਿੰਦੇ ਮਨ ਮੇਰੇ ਮਨ ਨੇ ਸੰਕਲਪ ਕੀਤਾ ਵੀ ਮੈਂ ਦੁਨੀਆ ਜਿੱਤ ਲਈ, ਮੈਂ ਇਹਨੂੰ ਜਿੱਤ ਲੈਣਾ, ਪਰ ਮੈਂ ਕੁਛ ਨਹੀਂ ਕਹਿਣਾ। ਇਹ ਵੀ ਮੰਨਦਾ ਹੈ ਤੇ ਮੇਰਾ ਦੁਸ਼ਮਣ ਹੈ, ਪਰ ਮੇਰਾ ਮਨ ਕਹਿੰਦਾ ਯਾਰ ਇਹ ਤੇਰਾ ਮਿੱਤਰ ਹੈ, ਇਹਨੂੰ ਕੁਛ ਨਾ ਕਿਹਾ ਕਰ। ਜਿੱਦਣ ਮਨ ਦੇ ਮਿੱਤਰ ਨੂੰ ਦੁਸ਼ਮਣ ਕਹੇ ਤਾਂ ਲੱਖ ਯਤਨ ਕਰ ਲਾ ਚੰਗੇ ਬਣਨ ਦੇ, ਨਹੀਂ ਤੈਨੂੰ ਆਪਣਾ ਮਨ ਨਹੀਂ ਕਹਿੰਦਾ, ਮਨ ਇਤਵਾਰ ਚੁੱਕਦਾ। ਗੁਰਬਾਣੀ ਵੀ ਕਹਿੰਦੀ ਹੈ ਮਨਾ ਤੂੰ ਰੱਬ ਹੈ, ਤੂੰ ਪਰਮਾਤਮਾ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਤੂੰ ਰੱਬ ਨਹੀਂ ਹੈ, ਤੂੰ ਲਿਖਾ ਸੀ। ਹੁਣ ਜੇ ਮੈਂ ਸੋਚਾਂ ਮੈਂ ਤੁਹਾਨੂੰ ਇਹ ਪੰਕਤੀ ਸੁਣਾਵਾਂ ਹੀ ਨਾ ਵੀ ਮਨ ਤੂੰ ਜੋਤ ਸਰੂਪ ਹੈ, ਮੈਂ ਤੇ ਇੱਧਰ ਸੁਣਾਈ ਜਾਵਾਂ ਘੋਟਾ ਲਾ ਕੇ ਵਿਆਹ ਏਦਾਂ ਆ ਏਦਾਂ, ਕੱਲ ਨੂੰ ਤੁਹਾਡੇ ਜੁੱਟ ਕੇ ਕੋਈ ਕਹਿ ਦੇ ਭਾਈ ਸਾਹਿਬ ਤੁਸੀਂ ਕਹਿੰਦੇ ਮਨ ਪਰਮਾਤਮਾ ਨਹੀਂ ਹੈ। ਗੁਰੂ ਨਾਨਕ ਸਾਹਿਬ ਵੀ ਕਹਿ ਰਹੇ ਆ, ਪਰ ਬਾਣੀ ਤੇ ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਵੀ ਮਨਾ ਤੂੰ ਹੀ ਰੱਬ ਹੈ, ਤੂੰ ਹੀ ਪਰਮਾਤਮਾ ਹੈ, ਆਪਣਾ ਆਪ ਜਾਣ ਤੂੰ। ਇੱਥੇ ਗੱਲਾਂ ਅਲੱਗ ਅਲੱਗ ਹੋ ਗਈਆਂ, ਬੁੱਧੀਵਾਸ ਹੋ ਗਿਆ, ਸਵਾਲ ਉੱਠ ਗਿਆ। ਤੇ ਫਿਰ ਉਹ ਕਾਦੀ ਗੁਰੂ ਦੀ ਮਹਿਮਾ ਜਿਹਦੇ ਵਿੱਚ ਸ਼ੰਕਾ ਪੈਦਾ ਹੋ ਜੇ, ਹੋਣਾ ਨਹੀਂ ਚਾਹੀਦਾ। ਸ਼ੰਕਾ ਤੇ ਨਿਵਰਤ ਕਰਨ ਆਏ ਆ, ਇਹੀ ਤੇ ਸਾਹਮਣੇ ਆਏ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੇਰਾ ਰੂਪ ਨਹੀਂ, ਕਹਿੰਦੇ ਮਹਾਰਾਜ ਮਨ ਮੇਰਾ ਰੂਪ ਹੈ। ਮੇਰੇ ਮਨ ਨੇ ਕਿਹਾ ਮੈਂ ਫੌਜਾਂ ਜਿੱਤ ਲਈਆਂ ਨੇ ਤੇ ਮੈਂ ਜਿੱਤ ਕੇ ਵਿਖਾਈਆਂ ਨੇ। ਮਨ ਕੋ ਧਰਮ ਸਕਲਪ ਉਠਾਵਤ, ਸੋ ਸਭ ਆਪਨ ਮੈਂ ਲਖ ਪਾਵਤ। ਸਾਨੂੰ ਜੀ ਇਹ ਤੇ ਮੇਰੇ ਮਨ ਦੀ ਮਰਜ਼ੀ ਆ ਨਾ, ਮਨ ਮੇਰੇ ਨੇ ਸੰਕਲਪ ਪੈਦਾ ਕਰਤਾ ਵੀ ਮੈਂ ਆ ਜ਼ਮੀਨ ਤੇ ਕਬਜ਼ਾ ਕਰਨਾ ਹੀ ਕਰਨਾ। ਲੱਖ ਧਰਮ ਦੀਆਂ ਗੱਲਾਂ ਸੁਣਾਈ ਜਾਓ ਇਹਨੂੰ ਵੀ ਬਗਾਨੀ ਥਾਂ ਨਹੀਂ ਦੱਬਣੀ, ਬਗਾਨੀ ਮਾਇਆ ਨਹੀਂ ਖੋਣੀ। ਇਹ ਕਹਿੰਦਾ ਪਰਾ ਹੋ ਵੱਡਾ ਗਿਆਨੀ ਬਣਿਆ, ਇੱਥੇ ਤੇ ਮੇਰੀ ਜਾਨ ਥੱਲੇ ਆਇਆ ਹੋਇਆ। ਮਨ ਕਹਿੰਦਾ, ਮਨ ਕਹਿੰਦਾ ਮੈਂ ਸੁਧਰਨਾ ਹੀ ਨਹੀਂ। ਕੀ ਕਰੋਗੇ ਤੁਸੀਂ? ਬੱਚੇ ਤੁਹਾਡੇ ਦਾ ਮਨ ਆਖੇ ਵੀ ਮੈਂ ਤੇ ਬੰਦਾ ਨਹੀਂ ਬਣਦਾ, ਗੁਰਦੁਆਰੇ ਲੈ ਜਾਓ, ਮੰਦਰ ਲੈ ਜਾਓ, ਮਸਜਿਦ ਲੈ ਜਾਓ, ਉੱਥੇ ਜਾ ਕੇ ਪੁੱਠੇ ਕੰਮ ਲਾਵੇ ਲੈ ਕੇ ਆਉਂਦਾ ਹੈ। ਇਹਨੂੰ ਕੀ ਕਰੀਏ? ਤੇ ਜਿਹਦਾ ਮਨ ਮੰਨ ਗਿਆ ਨਾ ਉਹ ਠੇਕੇ ਤੋਂ ਵਾਪਸ ਤੁਰਦਾ ਗੁਰਦੁਆਰੇ, ਕਹਿੰਦਾ ਨਹੀਂ ਅੱਜ ਤੋਂ ਬਾਅਦ 1 2 3 ਰੱਬਾ ਮੇਰਿਆ ਬਖਸ਼ੀ ਮੈਨੂੰ, ਮੈਨੂੰ ਇਸ ਕੋਰ ਤੋਂ ਬਚਾ ਲੈ, ਮੈਂ ਤੇਰਾ ਹੀ ਕਰਨਾ।
वो आके अरदास करता है, पातशाह मैनू बचा लई, मैं इस नरक तो निकलना चाहना। मन कहता है, हुण मन करके ते सारा कुछ है, मन करके सारी दुनिया, हरेक बंदा ही मन दा मारिया होया। असीं गुरमुख ते बने ही नहीं, मनमुख किहनूं कहदे आ जी, जिहड़ा मन दे मगर लग्या। जिहने मन दा कहना मनना छड्डता, गुरु दा मन्निया, वो गुरमुख है। भावे सानू लोग एवें चिट्टे कपड़े दे के गुरमुख प्यारा कही जाते, माफ करियो, मैं ते है नहीं भाई। होगा तां जिद्दण मैं अपने मन की मर्जी छड्ड दिया तो सतनाम। इत्थे ते किते माड़ी जी गल हो जाए, मैं नहीं जांदा उत्थे, मेरी मर्जी, तूं कौन आ मैनूं हटाउण वाला, कहण वाला, कहाउण वाला, खड़े है ना सी इत्थे। सच है ये। गुरु साहब के सन्मुख राय बलार साहब जी ने अपनी पेशकश रख दी, कहते मन फिर मन ते मेरा ही रूप है, जो एडा वड्डा मन दा कब्ज है। मन करे शरीर नूं लै जांदा है, मन मुकर जाए ते शरीर जा नहीं सकदा। तुसी किते जाना चाहुंदे, तुहाडा मन कहंदा है, तुहानूं किसी ने कहा मौसम खराब है पहाड़ां 'च, कहंदा नहीं नहीं जाना ही जाना, जो मर्जी हो, मेरा दिल करदा, मेरा मन कहंदा। ते जे मन बेईमान हो गया ना, तैयार होया, बैग रखिया, घोड़ा रखिया, चुक लैंदा, कहंदा नहीं मैं नहीं जाना। कहंदे क्यों? कहंदा मूड चेंज हो गया, मेरा मन नहीं करता। जिहदा दिल ना करे वो लै भी जाओगे, तुहाडे नाल जाके दी लाश ही तुरी फिरदी है, वो तुहाडे नाल थोड़ी है। समझ गए ना गल? मन जिथे गैर हाजिर है ਉਹਨੂੰ ਹਾਜ਼ਰ नहीं कर सकते। ਆਪਾਂ कथा सुनते हैं, कीर्तन सुनते हैं, कई बार मन साडा इधर उधर घूमदा फिरदा, किसी का घरे करता है, किसी का बाजार करता है, किसी का मंडी सब्जी मंडी लगी हुई है, वीरवार है, शुक्रवार है, तोरियां भी लैणियां, भिंडी भी लैणी, प्याज भी मुके, सुनदा कथा। ते कोई बैठा सोचदा है, कोई आ गया अपना घरे, ट्यूशन का टाइम हो गया, चलिए सुनदा रहना, सुनदा की करोगे? मन करके सारा कुछ है, मन दे सारे सियापे आ। पर गुरु नानक साहब जी को दसदे, कहंदे मर्ज एडे बड़े संकल्प पैदा करता है। कई बार मन अपने ख्याल पैदा करके अपने आप को दुखी बना लेता है। सामने बैठा बंदा ने कदे तुहाडे बारे बुरा सोचिया भी ना होवे, पर मेरे मन ने मन्निया भी ये बंदा मेरे ते गहरी अख रखदा है कि मेरे बारे बुरा सोचदा है। सोच के अपने आप को दुखी कर लिया। वे ਉਹਦੇ बेचारे ਨੂੰ पता भी होना नहीं कुछ, तू दुखी कीता अपने आप ਨੂੰ, फिर मन दुश्मन भी है, मन मित्र भी है। ताते मन स्वरूप है मेरो, जाते अनंत और नहेरो। पातशाह मेरा मन हुण कहंदा भी मैं रब स्वरूप हां। गुरबाणी भी कहंदी मन तू जो तो स्वरूप है, मर ये पक्का है, मन ही मैं हां। पर तुसी कृपा करके दसो, मेरा मन ते कहंदा भी मैं रब, मैं रब वर्गा। मन करके असी साध हां, मन करके असी चोर हां। हुण चोर दे ना ते पूछ लगी ना साध दे सिंग लगे हुंदे ते सेम ही हां। कई बार पापी बंदा धर्मी बन जांदा, किदां? मन परिवर्तन हो गया। मन कहता सी मैं पहला हिंदू, आज मैं सिख हां। मन कहता पहला मैं मुसलमान सी, अज मैं कांग्रेस हां। मैं मनदे नहीं किसी, मनदे रहे है ना सारे, मन ही ते बधाई करता है। गुरु नानक साहब पढ़ते ना बहुत मुस्कुराए सुन के राय बलार साहब दे विच। हुण जदों कोई ना प्रतापी पुरख मुस्कुराउंदे आ, उन्हां दे हੱਸਣ मुस्कुराउण पिछे कोई राज हुंदा है, डूंगा कारण हुंदा है। राय बलार साहब कहते सच्चे पातशाह मेरा ते मन कहता भी मैं संकल्प कीता, मैं पूरा करना, मेरी मर्जी, फिर मेरा ही रूप होया। पर आप जी दे मुताबिक कि मन मेरा रूप नहीं है। सतगुरु कहते राजन मन भी तेरा रूप नहीं। ओ राजन तू मन भी नाही, होण विकार हेत ते माही। पातशाह कहते मन भी तेरा रूप नहीं राजिया। जे मन तेरा रूप है फिर तू विकारी है, क्योंकि मन ते पापी है। ये बाणी भी कह रही है, जन्म जन्म की इस मन काओ मन लागी काला हुआ। सुनो समझो गल्लां। बाणी कहती तू जन्मा जन्मा दा पापी है, ते दूजे पासे सतगुरु कहते मन तू जोत स्वरूप है। अपना गुर पछाण, मना तू रब है, तू परमात्मा। लै भी हुणा दो पंक्तियां याद करके कल दस्सियो आके की है। उड़ के ना चलो भी मन रब मनीए जां इहनूं पापी मनीए। गुरु साहब कहते राय बुलार जी मन तो तू वख है, तू मन नहीं है। कहते नहीं पर मैं मन, सारी दुनिया मन के तल ते जी रही है जी। किसी को अपना बनाया, मन ने बनाया ना भी ये दुश्मन हो के मेरा मित्र है। कई बार असीं अपने नूं छड्ड दिंदे, भरा भरा नाल नहीं वरतदा, कहंदा यार मन ही मन दा बंदा ठीक नहीं है, उन्हें मेरे नाल रिश्ते वाली गल ही नहीं रखी। कोई पति पत्नी के रिश्ते टुट जाते हैं, मन उठा भी है ना।
फर्क ही पिया ना मन च, शरीर च कोई फर्क नहीं पिया, मन ने तोड़िया, मन ही जोड़ता है। पर गुरु नानक साहब महाराज कहते राजन तू मन नहीं है। बहुत बड़ा सवाल है, इस गल ते असीं भी जी रहे हैं, समा समाप्त है। जिवें जिवें सच्चे पातशाह कृपा करनगे ना जी, कल दे दीवाना ते सरपण करांगे। मैनूं आस नहीं सी कि संगतां नूं इन्नी समझ जाए ना आनंद आऊगा। मैनूं लगदा सी काम बड़ा औखा जाए ते दुखी होणगे भी यार भाई साहब नवेड़ो छेती काम, पर गहरा हुंदा जाए। बड़ियां संगतां दे फोन आउंदे आ, बड़े प्यार के दसदे आ, बाहरों भी जिहड़े सुणदे आ, कहंदे जी बड़ा अलग जिहा आनंद है, बड़ा कुछ समझण नूं सिੱਖਣ नूं प्राप्त होया है। भाई ये साडे सतगुरु गुरु नानक साहब दी किरपा है। आ जो आपां सुणदे आ ना गुरु साहब दे जीवन चों एक किणका जे किणके दा आनंद इन्ना, एक बूंद दा आनंद इन्ना है ते गुरु समुंदर दा आनंद किन्ना होएगा। कहवे को शोभा नहीं, देखा ही प्रवान। जिवें जिवें पातशाह किरपा करनगे आपां आनंद माणांगे। वाहिगुरु 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 वाहिगुरु।